ਧੰਨਵਾਦ ਪਰਮੇਸ਼ਰ ਦਾ, ਧੰਨਵਾਦ ਯਿਸੂ ਮਸੀਹ ਦਾ ਕਿ ਜਿਨ੍ਹਾਂ ਨੇ ਅੱਜ ਮੈਨੂੰ ਸਮਾਂ ਦਿੱਤਾ। ਰੱਬ ਦੇ ਦਾਸਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਸਮਾਂ ਦਿੱਤਾ ਕਿ ਆਪਾਂ ਪਰਮੇਸ਼ਰ ਦੇ ਵਚਨ ਨੂੰ ਸੁਣ ਸਕੀਏ। ਕਿ ਤੁਹਾਡੇ ਕੋਲ ਕਾਪੀ ਦੀ ਪੈਨ ਹੈ, ਤੁਸੀਂ ਲਿਖ ਸਕਦੇ ਹੋ, ਕਿਉਂਕਿ ਅੱਜ ਦਾ ਵਚਨ ਬਹੁਤ ਹੀ ਪਰਮੇਸ਼ਰ ਦੀ ਆਤਮਾ ਦੁਆਰਾ ਗਹਿਰਾਈ ਦੇ ਵਿੱਚ ਆਉਣ ਵਾਲਾ। ਕਿਉਂਕਿ ਜੋ ਆਪਾਂ ਵਚਨ ਸੁਣਦੇ ਆ, ਜਦੋਂ ਆਪਾਂ ਆਤਮਾ ਦੇ ਨਾਲ ਸੁਣਦੇ ਆ ਤਾਂ ਉਹ ਵਚਨ ਸਾਡੀ ਜ਼ਿੰਦਗੀ ਨੂੰ ਬਦਲ ਦਿੰਦਾ ਹੈ। ਹਾਲੇਲੂਇਆ। ਵਿਸ਼ਵਾਸ ਕਿੱਦਾਂ ਹੁੰਦਾ? ਵਿਸ਼ਵਾਸ ਇਨਸਾਨ ਦੇ ਵਿੱਚ ਵਿਸ਼ਵਾਸ ਕਿੱਦਾਂ ਪੈਦਾ ਹੁੰਦਾ? ਸੁਣਨ ਦੇ ਨਾਲ। ਤੇ ਸੁਣਨਾ ਕਿਵੇਂ ਆਉਂਦਾ? ਹਾਲੇਲੂਇਆ। ਸੁਣਨਾ ਕਿੱਦਾਂ ਆਉਂਦਾ? ਪਰਮੇਸ਼ਰ ਦੇ ਵਚਨ ਤੋਂ। ਜੋ ਮੈਂ ਤੁਹਾਨੂੰ ਪਰਮੇਸ਼ਰ ਦਾ ਵਚਨ ਦੱਸਾਂਗਾ, ਉਹਦਾ ਮੇਨ ਹੈਡਿੰਗ ਕੀ ਆ, ਮੇਨ ਟੌਪਿਕ ਕੀ ਆ? ਤੁਹਾਡਾ ਪਰਮੇਸ਼ਰ ਦੇ ਨਾਲ ਰਿਸ਼ਤਾ। ਮੇਨ ਹੈਡਿੰਗ ਕੀ ਆ? ਪਰਮੇਸ਼ਰ ਦੇ ਨਾਲ ਤੁਹਾਡਾ ਰਿਸ਼ਤਾ। ਜੇ ਤੁਹਾਡਾ ਰਿਸ਼ਤਾ ਪਰਮੇਸ਼ਰ ਦੇ ਨਾਲ ਮਜ਼ਬੂਤ ਹੋਵੇਗਾ, ਜੇ ਤੁਹਾਡਾ ਸੰਬੰਧ, ਤੁਹਾਡਾ ਰਿਲੇਸ਼ਨਸ਼ਿਪ ਪਰਮੇਸ਼ਰ ਦੇ ਨਾਲ ਮਜ਼ਬੂਤ ਹੋਵੇਗਾ, ਤਾਂ ਤੁਸੀਂ ਜੋ ਵੀ ਕੁਝ ਯਿਸੂ ਮਸੀਹ ਤੋਂ ਮੰਗੋ ਉਹ ਤੁਹਾਨੂੰ ਦੇਣਗੇ। ਜੋ ਵੀ ਕੁਝ ਤੁਸੀਂ ਯਿਸੂ ਮਸੀਹ ਤੋਂ ਮੰਗੋ ਉਹ ਤੁਹਾਨੂੰ ਕਿਉਂ ਦੇਣਗੇ? ਕਿਉਂਕਿ ਤੁਹਾਡਾ ਰਿਸ਼ਤਾ ਮਜ਼ਬੂਤ ਹੈ। ਅੱਜ ਕਈ ਲੋਕ ਹੁੰਦੇ ਨੇ, ਉਹਨਾਂ ਦਾ ਰਿਸ਼ਤਾ ਪ੍ਰਭੂ ਦੇ ਨਾਲ ਸਹੀ ਨਹੀਂ ਹੁੰਦਾ। ਕਿੰਨੇ ਭੈਣ ਭਾਈ ਇੱਥੇ ਨੇ ਜੋ ਆਸਟ੍ਰੇਲੀਆ 'ਚ ਜੋ ਲੋਕ ਕ੍ਰਿਸਚਨ ਰਹਿੰਦੇ ਉਹਨਾਂ ਨੂੰ ਪਿਆਰ ਕਰਦੇ ਨੇ। ਕਿੰਨੇ ਭੈਣ ਭਾਈ ਆਸਟ੍ਰੇਲੀਆ ਦੇ ਕ੍ਰਿਸਚਨ ਲੋਕਾਂ ਨੂੰ ਪਿਆਰ ਕਰਦੇ ਨੇ? ਮੈਂ ਤਾਂ ਕਰਦਾ। ਜਿੰਨੇ ਮਸੀਹੀ ਭੈਣ ਭਾਈ ਆਸਟ੍ਰੇਲੀਆ 'ਚ ਰਹਿੰਦੇ ਨੇ, ਜਿੰਨੇ ਭੈਣ ਭਾਈ ਕੈਨੇਡਾ 'ਚ ਰਹਿੰਦੇ ਨੇ, ਉਹਨਾਂ ਨੂੰ ਕਿੰਨੇ ਭੈਣ ਭਾਈ ਪਿਆਰ ਕਰਦੇ ਨੇ? ਮਸੀਹੀ ਭੈਣ ਭਾਈ ਉਹਨਾਂ ਨੂੰ ਕਿੰਨੇ ਭੈਣ ਭਾਈ ਪਿਆਰ ਕਰਦੇ ਨੇ? ਥੋੜੇ ਮੋਟੇ ਭੈਣ ਭਾਈ ਪਿਆਰ ਕਰਦੇ ਨੇ ਨਾ। ਤੁਸੀਂ ਪਿਆਰ ਨਹੀਂ ਕਰਦੇ? ਆਪਣਾ ਹੱਥ ਦਿਖਾਈਏ ਕਿ ਆਪਾਂ ਸਾਰੇ ਜਣਿਆਂ ਨੂੰ ਕੀ ਕਰਦੇ ਆ? ਪਿਆਰ ਕਰਦੇ ਆ। ਜੋ ਕੋਈ ਹੋਰ ਇੰਡੀਆ ਦੇ ਵਿੱਚ ਕਿਤੇ ਕਲੀਸਿਆ ਗਈ ਕਿ ਆਪਾਂ ਲੋਕਾਂ ਨੂੰ ਪਿਆਰ ਕਰਦੇ ਆ? ਆਪਣਾ ਹੱਥ ਉੱਪਰ ਕਰਕੇ ਦਿਖਾਈਏ ਕਿ ਆਪਾਂ ਉਹਨਾਂ ਨੂੰ ਪਿਆਰ ਕਰਦੇ ਆ। ਆਪਾਂ ਜ਼ਰੂਰ ਪਿਆਰ ਕਰਾਂਗੇ। ਹੁਣ ਉਹ ਭੈਣ ਭਾਈ ਆਪਣਾ ਹੱਥ ਖੜੇ ਕਰਨ ਜੋ ਆਪਣੀ ਲੋਕਾਂ ਨੂੰ ਪਿਆਰ ਕਰਦੇ ਨੇ। ਹਾਲੇਲੂਇਆ, ਹਾਲੇਲੂਇਆ। ਸਭ ਤੋਂ ਵੱਡਾ ਕੀ ਆ? ਪ੍ਰੇਮ ਆ। ਜੇ ਆਪਣੇ 'ਚ ਪ੍ਰੇਮ ਹੋਊਗਾ ਤਾਂ ਆਪਾਂ ਪ੍ਰਭੂ ਦੇ ਕੰਮ ਨੂੰ ਕਰ ਸਕਾਂਗੇ। ਆइए ਆਪਾਂ ਖੋਲਾਂਗੇ ਯਹੋਨਾ 11। ਇਹਦੇ ਵਿੱਚ ਇੱਕ ਸਟੋਰੀ ਆ, ਆਪਾਂ ਸਾਰਿਆਂ ਨੇ ਪੜ੍ਹੀ ਆ। ਉਹਦਾ ਮੇਨ ਹੈਡਿੰਗ ਕੀ ਆ? ਲਾਜ਼ਰ ਨੂੰ ਜਿਵਾਉਣਾ। ਪਰ ਆਪਾਂ ਇਹਦੇ ਵਿੱਚ ਇੱਕ ਕਰੈਕਟਰ ਨੂੰ ਦੇਖਾਂਗੇ। ਯਹੋਨਾ 11 ਪੜ੍ਹੀਏ ਆਪਾਂ 17 ਹੈ। बैतनिय्याह यरूशलेम के नेड़े को वाट सी और बहुत सारे यहूदी मार्था ते मरियम के कोल आए हुए सन जो उन्हां दे भरा दे विखे उन्हां दा मन धरावा करन। उपरंत मार्था ने जब सुनिया कि यीशु आंदा है तो उसनूं मिलन गई, पर मरियम घर विच बैठी रही। तद मार्था ने यीशु नूं आख्या, प्रभु जी, जे तू इत्थे हुंदा तां मेरा भरा ना मरदा। अते मैं हुण भी जानती हाँ भाई जो कुछ तू परमेश्वर को मंगे सो परमेश्वर तेनू देऊ। यीशु ने उन्होंने आख्या, तेरा भरा जी उठेगा। मार्था ने उसनू आख्या, मैं जानती हाँ जो क्यामत नू अंत दे दिन वो जी उठू। यीशु ने उन्होंने कहा, क्यामत अते जिउण मैं हाँ, जो मेरे उत्ते नेचा करता है भावें वो मर जाए तां भी जीवेगा। हालेलुया। जब हम पढ़िया कि जो यीशु मसीह लाजर की डेथ हो गई, लाजर मर गया। लाजर जो कबर दे विच मुर्दा पए नूं 4 दिन हो गए। सब लोग विश्वास करते सी कि 4 दिनों के बाद किया जो एक इंसान होता आत्मा ਉਹਦੇ ਕੋਲ किया चले जाता। इस तरह इसलिए 4 दिनों के बाद यीशु मसीह उस जगह पे आए। 4 दिनों के बाद जब यीशु मसीह उत्थे आए, 2 ਭੈਣਾਂ ਸੀ, ਇੱਕ ਦਾ ਨਾਮ ਸੀ ਮਾਰਥਾ, ਦੂਸਰੇ ਦਾ ਨਾਮ ਕੀ ਸੀ? ਮਰੀਅਮ ਮਗਦਲੀਨੀ।
ਇਹਦਾ ਨਾਮ ਸੀ ਮਾਰਥਾ, ਦੂਸਰੇ ਦਾ ਨਾਮ ਸੀ ਮਰੀਅਮ। ਜਦੋਂ ਮਾਰਥਾ ਨੂੰ ਪਤਾ ਲੱਗਿਆ ਕਿ ਯीशु मसीह ਸਾਡੇ ਕੋਲ ਆ ਰਹੇ ਨੇ, ਮੇਰੇ ਭਾਈ ਦੀ ਕੀ ਆ ਡੈਥ ਹੋ ਚੁੱਕੀ ਆ, ਪਰ ਯीशु ਇਹਨੇ ਦਿਨਾਂ ਤੋਂ ਸਾਡੇ ਕੋਲ ਆ ਰਹੇ ਨੇ। ਹਾਲੇਲੂਇਆ। ਯीशु मसीह ਇਹਨੇ ਦਿਨਾਂ ਤੋਂ ਬਾਅਦ ਸਾਡੇ ਕੋਲ ਆ ਰਹੇ ਨੇ। ਉਹ ਲੋਕਾਂ ਤੋਂ ਸੁਣਦੀ ਆ, ਯीशु मसीह ਦੇ ਕੋਲ ਜਾਂਦੀ ਆ ਤੇ ਕਹਿੰਦੀ ਆ ਕਿ ਯीशु ਜੇ ਤੂੰ ਇੱਥੇ ਹੁੰਦਾ ਮੇਰਾ ਭਰਾ ਪਰ ਫਿਰ ਇੱਕ ਆਇਤ ਪੜਾਂਗੇ ਅਤੇ 21 ਆਇਤ ਪੜੀਏ। ਤਦ ਮਾਰਥਾ ਨੇ ਯीशु ਨੂੰ ਆਖਿਆ, ਪ੍ਰਭੂ ਜੀ ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਅਤੇ ਮੈਂ ਹੁਣ ਵੀ ਜਾਣਦੀ ਹਾਂ ਭਾਈ ਜੋ ਕੁਝ ਤੂੰ ਪਰਮੇਸ਼ਰ ਤੋਂ ਮੰਗੇ ਸੋ ਪਰਮੇਸ਼ਰ ਤੈਨੂੰ ਦਿਓ। ਫਿਰ ਯीशु ਨੇ ਉਹਨੂੰ ਆਖਿਆ ਕਿ ਤੇਰਾ ਭਰਾ ਕੀ ਆ ਜੀ ਉਠੇਗਾ। ਪਰ ਮਾਰਥਾ ਨੇ ਕਿਹਾ ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ। ਯीशु ਨੇ ਉਹਨੂੰ ਕੀ ਕਿਹਾ ਕਿ ਜੇ ਤੂੰ ਵਿਸ਼ਵਾਸ ਕਰਦੀ ਹੈ ਤਾਂ ਤੇਰਾ ਭਰਾ ਜੀ ਉਠੇਗਾ। ਪਰ ਮਾਰਥਾ ਕੀ ਕਹਿੰਦੀ ਆ, ਹਾਂ ਪ੍ਰਭੂ ਮੈਂ ਜਾਣਦੀ ਹਾਂ ਕਿ ਕਿਆਮਤ ਦੇ ਦਿਨ ਜਦੋਂ ਤੂੰ ਸਾਨੂੰ ਲੈਣ ਦੇ ਲਈ ਆਵੇਂਗਾ ਸਾਰੇ ਮੁਰਦੇ ਕੀ ਆ ਜਿਵਾਏ ਜਾਣਗੇ। ਇਥੋਂ ਆਪਾਂ ਨੂੰ ਕੀ ਪਤਾ ਲੱਗਦਾ ਕਿ ਉਹਦੇ ਕੋਲ ਗਿਆਨ ਤਾਂ ਬਹੁਤ ਸੀ ਪਰ ਪਰਮੇਸ਼ਰ ਦੇ ਨਾਲ ਰਿਸ਼ਤਾ ਕੀ ਕਹਿੰਦੀ ਆ ਕਿ ਪ੍ਰਭੂ ਹਾਂ ਮੈਂ ਜਾਣਦੀ ਆ ਕਿ ਕਿਆਮਤ ਦੇ ਦਿਨ ਜਦੋਂ ਤੂੰ ਆਵੇਂਗਾ ਦੁਬਾਰਾ ਸਾਨੂੰ ਲੈਣ ਦੇ ਲਈ ਆਵੇਂਗਾ ਮੁਰਦੇ ਕੀ ਆ ਜੀ ਉਠਣਗੇ। ਗਿਆਨ ਬਹੁਤ ਸੀ ਪਰ ਪਰਮੇਸ਼ਰ ਦੇ ਨਾਲ ਰਿਸ਼ਤਾ, ਯीशु ਮਸੀਹ ਦੇ ਨਾਲ ਰਿਸ਼ਤਾ ਨਹੀਂ ਸੀ। ਪਰ ਯीशु ਮਸੀਹ ਨੇ ਅੱਗੇ ਕੀ ਕਿਹਾ ਸੁਣੀਏ। ਯीशु ਨੇ ਉਹਨੂੰ ਕਿਹਾ, ਕਿਆਮਤ ਅਤੇ ਜਿਉਣ ਮੈਂ ਹਾਂ। ਜੋ ਮੇਰੇ ਉੱਤੇ ਨੇਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ। ਅਤੇ ਹਰ ਕੋਈ ਜਿਹੜਾ ਜਿਉਂਦਾ ਹੈ ਔਰ ਮੇਰੇ ਉੱਤੇ ਨੇਚਾ ਕਰਦਾ ਹੈ ਸੋ ਸਦੀਪਕ ਕਾਲ ਤੀਕ ਕਦੇ ਨਾ ਮਰੇਗਾ। ਕੀ ਤੂੰ ਇਸ ਗੱਲ ਦੀ ਪ੍ਰਤੀਤ ਕਰਦੀ ਹੈ? ਉਹਨੇ ਉਸ ਨੂੰ ਆਖਿਆ, ਹਾਂ ਪ੍ਰਭੂ ਮੈਂ ਪ੍ਰਤੀਤ ਕੀਤੀ ਹੈ ਜੋ ਤੂੰ ਹੀ ਮਸੀਹ ਹੈ ਪਰਮੇਸ਼ਰ ਦਾ ਪੁੱਤਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ। ਇਹ ਕਹਿ ਕੇ ਉਹ ਚਲੀ ਗਈ ਅਤੇ ਆਪਣੀ ਭੈਣ ਮਰੀਅਮ ਨੂੰ ਚੁੱਪ ਕੀਤੀ ਸੱਦ ਕੇ ਬੋਲੀ, ਗੁਰੂ ਆਇਆ ਹੋਇਆ ਹੈ ਅਤੇ ਤੈਨੂੰ ਸੱਦਦਾ ਹੈ। ਜਦ ਉਹਨੇ ਇਹ ਗੱਲ ਸੁਣੀ ਤਾਂ ਝੱਟ ਉੱਠ ਕੇ ਉਸਦੇ ਕੋਲ ਗਈ। ਯीशु ਉਹਦੇ ਪਿੰਡ ਵਿੱਚ ਨਹੀਂ ਸੀ ਆਇਆ ਪਰ ਉਸੇ ਥਾਂ ਸੀ ਜਿੱਥੇ ਮਾਰਥਾ ਉਸ ਨੂੰ ਮਿਲੀ ਸੀ। ਫਿਰ ਉਹ ਯਹੂਦੀ ਜਿਹੜੇ ਉਹਦੇ ਨਾਲ ਘਰ ਵਿੱਚ ਸਨ ਅਤੇ ਉਹਦਾ ਮਨ ਧਰਾਉਂਦੇ ਸਨ ਜਾਂ ਮਰੀਅਮ ਨੂੰ ਵੇਖਿਆ ਜੋ ਛੇਤੀ ਨਾਲ ਉੱਠ ਕੇ ਬਾਹਰ ਨੂੰ ਚਲੀ ਗਈ ਹੈ ਤਾਂ ਇਹ ਸਮਝ ਕੇ ਭਾਈ ਉਹ ਕਬਰ ਉੱਤੇ ਰੋਣ ਜਾਂਦੀ ਹੈ ਉਹਦੇ ਮਗਰ ਹੋ ਤੁਰੇ। ਸੋ ਜਦ ਮਰੀਅਮ ਉਸ ਥਾਂ ਆਈ ਜਿੱਥੇ ਯीशु ਸੀ ਤਾਂ ਉਸ ਨੂੰ ਵੇਖ ਕੇ ਉਸਦੇ ਪੈਰੀ ਪਈ ਅਤੇ ਉਸ ਨੂੰ ਆਖਿਆ, ਪ੍ਰਭੂ ਜੀ ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਪਰੰਤੂ ਜਦ ਯीशु ਨੇ ਉਹਨੂੰ ਰੋਂਦਿਆਂ ਅਤੇ ਉਹਨਾਂ ਯਹੂਦੀਆਂ ਨੂੰ ਵੀ ਜੋ ਉਹਦੇ ਨਾਲ ਆਏ ਸਨ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ ਔਰ ਆਖਿਆ, ਤੁਸਾਂ ਉਹਨੂੰ ਕਿੱਥੇ ਰੱਖਿਆ ਹੈ? ਉਹਨਾਂ ਉਸ ਨੂੰ ਆਖਿਆ, ਪ੍ਰਭੂ ਜੀ ਆਵੇ। ਯीशु ਰੋਇਆ। ਆਮੀਨ ਆਮੀਨ ਹਾਲੇਲੂਇਆ। ਇਹ ਵਚਨ ਆਪਾਂ ਪੜ੍ਹਿਆ ਜਦੋਂ ਮਾਰਥਾ ਆਈ, ਮਾਰਥਾ ਵੀ ਆ ਕੇ ਕੀ ਕਹਿੰਦੀ ਆ, ਯीशु ਜੇ ਤੂੰ ਇੱਥੇ ਹੁੰਦਾ ਤਾਂ ਸਾਡਾ ਭਰਾ ਨਾ ਮਰਦਾ। ਆਪਾਂ ਜਦੋਂ ਪੜ੍ਹੀਏ ਇਸ ਦੀ 28 ਐਡ ਦੇ ਵਿੱਚ ਕੀ ਲਿਖਿਆ, ਮਰੀਅਮ ਨੂੰ ਚੁੱਪ ਕੀਤੀ ਸੱਦ ਕੇ ਆਖਿਆ ਗੁਰੂ ਤੈਨੂੰ ਸਾਦਾ ਹੈ। ਮਾਰਥਾ ਮਰੀਅਮ ਨੂੰ ਜਾ ਕੇ ਕੀ ਕਹਿੰਦੀ ਆ, ਗੁਰੂ ਤੈਨੂੰ ਸਾਦਾ ਹੈ। ਕਿ ਯीशु ਮਸੀਹ ਨੇ ਬੁਲਾਇਆ ਸੀ ਮਰੀਅਮ ਨੂੰ। ਆ ਬਾਈਬਲ ਦੇ ਵਿੱਚ ਪੜ੍ਹਿਆ ਕਿ ਯीशु ਮਸੀਹ ਨੇ ਇਦਾਂ ਕਿਹਾ ਸੀ ਕਿ ਜਾ ਕੇ ਮਰੀਅਮ ਨੂੰ ਬੁਲਾ ਕੇ ਲਿਆ। ਤੇ ਉਹਦੇ ਵਿੱਚ ਦੂਸਰਾ ਫੈਕਟਰ ਕੀ ਸੀ, ਉਹ ਝੂਠ ਬੋਲਦੀ ਸੀ। ਪਹਿਲਾ ਕੀ ਸੀ, ਉਹਨੂੰ ਗਿਆਨ ਬਹੁਤ ਸੀ। ਦੂਸਰਾ ਕੀ ਸੀ, ਝੂਠ ਬੋਲਦੀ ਸੀ। ਆਪਾਂ ਪੜ੍ਹ ਸਕਦੇ ਹਾਂ ਇੱਥੇ ਲਿਖਿਆ ਕਿ ਮਾਰਥਾ ਨੇ ਮਰੀਅਮ ਨੂੰ ਜਾ ਕੇ ਕੀ ਕਿਹਾ, ਗੁਰੂ ਤੈਨੂੰ ਸੱਦਦਾ ਹੈ। ਆਪਾਂ ਸਾਰੇ ਜਣ ਜਾਣਦੇ ਹਾਂ ਜਦੋਂ ਯीशु ਮਸੀਹ ਲਾਜ਼ਰ ਦੇ ਘਰ ਆਉਂਦੇ ਹੁੰਦੇ ਸੀ, ਜੋ ਮਰੀਅਮ ਸੀ ਹਰ ਸਮੇਂ ਯीशु ਮਸੀਹ ਦੇ ਚਰਨਾਂ ਦੇ ਵਿੱਚ ਬੈਠੀ ਰਹਿੰਦੀ ਸੀ। ਚਰਨਾਂ ਦੇ ਵਿੱਚ ਬੈਠ ਕੇ ਪਰਮੇਸ਼ਰ ਦਾ ਵਚਨ ਸੁਣਦੀ ਸੀ। ਪਰ ਜੋ ਮਾਰਥਾ ਸੀ, ਮਾਰਥਾ ਆਪਣੀ ਰਸੋਈ ਦੇ ਵਿੱਚ ਕੰਮ ਕਰਦੀ ਰਹਿੰਦੀ ਸੀ। ਉੱਥੇ ਵੀ ਪੂਰਾ ਪਰਮੇਸ਼ਰ ਦਾ ਵਚਨ ਉਹ ਵੀ ਸੁਣਦੀ ਸੀ। ਪਰ ਜਿਹੜਾ ਮਰੀਅਮ ਦਾ ਰਿਸ਼ਤਾ ਸੀ ਨਾ ਪਰਮੇਸ਼ਰ ਦੇ ਨਾਲ, ਯीशु ਮਸੀਹ ਦੇ ਨਾਲ ਜਿਹੜਾ ਰਿਸ਼ਤਾ ਸੀ ਉਹ ਬਹੁਤ ਹੀ ਕੀ ਸੀ, ਮਜ਼ਬੂਤ ਸੀ। ਬਹੁਤ ਮਜ਼ਬੂਤ ਰਿਸ਼ਤਾ ਸੀ। ਅੱਜ ਮੈਂ ਤੁਹਾਨੂੰ ਉਸ ਰਿਸ਼ਤੇ ਦੇ ਬਾਰੇ ਗਹਿਰਾਈ ਦੇ ਵਿੱਚ ਦੱਸਣਾ ਚਾਹਣਾ। ਜਦੋਂ ਮਰੀਅਮ ਯीशु ਦੇ ਕੋਲ ਆਈ, ਯीशु ਮਸੀਹ ਦੇ ਪੈਰਾਂ 'ਚ ਡਿੱਗੀ। ਯीशु ਮਸੀਹ ਦੇ
ਉਹਨੇ ਵੀ ਕੀ ਆਖਿਆ ਕਿ ਯीशु ਜੇ ਤੂੰ ਇੱਥੇ ਹੁੰਦਾ ਮੇਰਾ ਭਰਾ। ਮਾਰਥਾ ਨੇ ਵੀ ਇਹ ਕਿਹਾ ਸੀ, ਮਰੀਅਮ ਨੇ ਵੀ ਇਦਾਂ ਹੀ ਕਿਹਾ। ਪਰ ਇੱਥੇ ਕੀ ਆ, ਇੱਥੇ ਯीशु ਅੰਦਰ ਕਲਪਣ ਲੱਗ ਗਿਆ, ਅੰਦਰ ਯीशु ਰੋਣ ਲੱਗ ਗਿਆ ਕਿ ਜਦੋਂ ਮਾਰਥਾ ਆਈ ਸੀ ਉਦੋਂ ਯीशु ਰੋਇਆ, ਜਦੋਂ ਮਰੀਅਮ ਆਈ ਉਹ ਯीशु ਦੇ ਅੰਦਰ ਇੰਨੀ ਇੱਕ ਅਜਿਹਾ ਰਿਸ਼ਤਾ ਸੀ ਮਰੀਅਮ ਦੇ ਨਾਲ ਕਿ ਯीशु ਰੋਣ ਲੱਗ ਗਿਆ। ਯीशु ਰੋਣ ਲੱਗ ਗਿਆ। ਯीशु ਜੀ ਨੇ ਕਿਹਾ ਕਿ ਲਾਜ਼ਰ ਨੂੰ ਕਿੱਥੇ ਰੱਖਿਆ, ਤੁਸੀਂ ਮੈਨੂੰ ਉੱਥੇ ਲੈ ਕੇ ਚਲੋ। ਅੱਗੇ ਪੜਾਂਗੇ ਆਪਾਂ। ਇਸ ਤੇ ਯਹੂਦੀ ਬੋਲੇ, ਵੇਖੋ ਇਹ ਉਸ ਨਾਲ ਕਿੰਨਾ ਹਿੱਤ ਕਰਦਾ ਸੀ। ਪਰ ਕੋਈ ਉਹਨਾਂ ਵਿੱਚੋਂ ਬੋਲੇ ਕਿ ਇਹ ਜਿਹਨੇ ਅੰਨੇ ਦੀਆਂ ਅੱਖਾਂ ਖੋਲੀਆਂ ਇੰਨਾ ਵੀ ਨਾ ਕਰ ਸਕਿਆ ਜੋ ਇਹ ਮਨੁੱਖ ਨਾ ਮਰਦਾ। ਤਾਂ ਯीशु ਆਪਣੇ ਜੀਵ ਵਿੱਚ ਫੇਰ ਕਲਪਦਾ ਹੋਇਆ ਕਬਰ ਉੱਤੇ ਆਇਆ। ਉਹ ਇੱਕ ਗੁਫਾ ਸੀ ਅਤੇ ਉਸ ਉੱਤੇ ਇੱਕ ਪੱਥਰ ਧਰਿਆ ਹੋਇਆ ਸੀ। ਯीशु ਨੇ ਆਖਿਆ, ਇਸ ਪੱਥਰ ਨੂੰ ਹਟਾ ਦਿਓ। ਉਸ ਮੁਰਦੇ ਦੀ ਭੈਣ ਮਾਰਥਾ ਨੇ ਉਸ ਨੂੰ ਆਖਿਆ, ਪ੍ਰਭੂ ਜੀ ਉਸ ਕੋਲੋਂ ਤਾਂ ਸੜਿਆਣ ਆਉਂਦੀ ਹੈ, ਕਿਉਂ ਜੋ ਉਹਨੂੰ 4 ਦਿਨ ਹੋਏ ਹਨ। ਇੱਥੇ ਵੀ ਆਪਾਂ ਪੜ੍ਹਦੇ ਹਾਂ ਜਦੋਂ ਯीशु ਮਸੀਹ ਨੇ ਕੀ ਕਿਹਾ ਕਿ ਜਿਹੜਾ ਪੱਥਰ ਆ, ਪੱਥਰ ਕਬਰ ਤੋਂ ਕੀ ਕਰ ਦੋ, ਸਾਈਡ ਤੇ ਕਰ ਦੋ। ਪਰ ਉੱਥੇ ਵੀ ਕੀ ਆ, ਮਾਰਥਾ ਆਪਦਾ ਗਿਆਨ ਵਰਤਦੀ ਆ। ਮਾਤਾ ਯीशु ਮਸੀਹ ਦੀ ਮਰਜ਼ੀ ਦੇ ਅਨੁਸਾਰ ਨਹੀਂ ਚੱਲ ਰਹੀ, ਉਹ ਆਪਣੇ ਗਿਆਨ ਦੇ ਅਨੁਸਾਰ ਕੀ ਕਹਿੰਦੀ ਆ, ਪ੍ਰਭੂ ਜੀ ਪੱਥਰ ਪਰੇ ਨਾ ਕਰ, ਉਹਨੂੰ ਤਾਂ ਮਰੇ ਨੂੰ 4 ਦਿਨ ਹੋ ਗਏ, ਉਹਦੇ ਵਿੱਚੋਂ ਤਾਂ ਸੜਿਆਣ ਹੋ ਗਈ ਆ, ਤੂੰ ਪੱਥਰ ਪਰੇ ਕਰਨ ਨੂੰ ਕਿਉਂ ਕਹਿ ਰਿਹਾ ਹੈ। ਗਿਆਨ ਬਹੁਤ ਸੀ, ਲਿਖਿਆ ਜ਼ਿਆਦਾ ਗਿਆਨ ਖਤਰਨਾਕ ਹੈ। ਗਿਆਨ ਬਹੁਤ ਸੀ ਪਰ ਪ੍ਰਭੂ ਦੇ ਨਾਲ ਰਿਸ਼ਤਾ ਨਹੀਂ ਸੀ। ਹਾਲੇਲੂਇਆ। ਇੱਕ ਬੰਦਾ ਇੱਕ ਪਾਸਟਰ ਜੀ ਨੂੰ ਕਹਿੰਦਾ ਪਾਸਟਰ ਜੀ ਨਵੇਂ ਨਿਯਮ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਦਸਵੰਧ ਲਓ। ਨਵੇਂ ਨਿਯਮ ਦੇ ਵਿੱਚ ਉਹ ਕਹਿੰਦਾ ਕਿਤੇ ਨਹੀਂ ਲਿਖਿਆ ਦਸਵੰਧ ਲਓ। ਪਾਸਟਰ ਕਹਿੰਦੇ ਹਾਂਜੀ ਸਹੀ ਗੱਲ ਤੁਹਾਡੀ, ਦਸਵੰਧ ਨਹੀਂ ਦੇਣਾ ਚਾਹੀਦਾ, ਦਸਵੰਧ ਨਹੀਂ ਦੇਣਾ ਚਾਹੀਦਾ। ਕਹਿੰਦੇ ਫੇਰ ਕੀ ਕਰਨਾ ਚਾਹੀਦਾ? ਕਹਿੰਦੇ ਨਵੇਂ ਨਿਯਮ ਦੇ ਵਿੱਚ ਲਿਖਿਆ ਆਪਣਾ 100% ਦੋ। ਕਹਿੰਦਾ ਲਿਆ ਭਾਈ ਸਾਰਾ 100% ਲਿਆ। ਨਵੇਂ ਨਿਯਮ ਦੇ ਵਿੱਚ ਕੀ ਲਿਖਿਆ? ਕਹਿੰਦਾ ਆਪਣਾ 100% ਦੇ ਆਪਦਾ ਪਰਮੇਸ਼ਰ ਨੂੰ। ਉਹ ਬੰਦਾ ਉਹ ਚੁੱਪ ਕਰਕੇ ਚਲਿਆ ਗਿਆ। ਹਾਲੇਲੂਇਆ। ਆਪਾਂ ਨੂੰ ਜਦੋਂ ਜ਼ਿਆਦਾ ਗਿਆਨ ਹੁੰਦਾ ਪਰ ਸਾਡਾ ਪ੍ਰਭੂ ਦੇ ਨਾਲ ਰਿਸ਼ਤਾ ਨਹੀਂ ਹੁੰਦਾ, ਉਸ ਸਮੇਂ ਕੀ ਆ, ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਠੋਕਰਾਂ ਵੀ ਖਾਣੀਆਂ ਪੈ ਸਕਦੀਆਂ ਨੇ। ਜੋ ਮਰੀਅਮ ਸੀ, ਮਰੀਅਮ ਦਾ ਯीशु ਮਸੀਹ ਦੇ ਨਾਲ ਇੱਕ ਗਹਿਰਾ ਰਿਸ਼ਤਾ ਸੀ। ਹਾਲੇਲੂਇਆ। ਕਿਉਂਕਿ ਜਦੋਂ ਆਪਾਂ ਵਚਨ ਦੇ ਵਿੱਚ ਪੜ੍ਹਦੇ ਆ, ਜੋ ਮਰੀਅਮ ਆ ਯीशु ਮਸੀਹ ਦੇ ਨਾਲ ਸੇਵਾ ਵੀ ਕਰਦੀ ਆ। ਜਿਵੇਂ ਆਪਾਂ ਮਿਨਿਸਟਰੀ ਕਰਦੇ ਆ, ਗਲੀਆਂ ਗਲੀਆਂ ਦੇ ਵਿੱਚ ਆ ਕੇ ਉੱਥੇ ਮਿਨਿਸਟਰੀ ਵੀ ਕਰਦੀ ਆ। ਆਪਾਂ ਪੜ੍ਹ ਸਕਦੇ ਆ ਲੂਕਾ 8:2 ਪੜ੍ਹੀਏ। ਲੂਕਾ 8:2 ਪੜ੍ਹੀਏ। ਔਰ ਕਈ ਤੀਵੀਆਂ ਵੀ ਜਿਹੜੀਆਂ ਬਦਰੂਹਾਂ ਅਤੇ ਰੋਗਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ, ਅਰਥਾਤ ਮਰੀਅਮ ਜੋ ਮਗਦਲੀਨੀ ਕਹਾਉਂਦੀ ਸੀ, ਜਿਹਦੇ ਵਿੱਚੋਂ 7 ਭੂਤ ਨਿਕਲੇ ਸਨ, ਅਤੇ ਹੈਰੋਦੇਸ ਦੇ ਦੀਵਾਨ ਖੁਜ਼ਾਨਾਮੇ ਦੀ ਹਾਲੇਲੂਇਆ। ਇਹਦੇ ਵਿੱਚ ਕੀ ਲਿਖਿਆ? ਔਰ ਕਈ ਤੀਵੀਆਂ ਵੀ ਜਿਹੜੀਆਂ ਬਦਰੂਹਾਂ ਤੇ ਰੋਗਾਂ ਤੋਂ ਚੰਗੀਆਂ ਕੀਤੀਆਂ ਸਨ, ਅਰਥਾਤ ਮਰੀਅਮ ਜੋ ਮਗਦਲੀਨੀ ਕਹਾਉਂਦੀ ਹੈ, ਜਿਹਦੇ ਵਿੱਚੋਂ 7 ਭੂਤ ਨਿਕਲੇ ਸਨ। ਕੀ ਕਰਦੀਆਂ ਸੀ? ਯीशु ਮਸੀਹ ਦੀ ਸੇਵਾ ਟਹਿਲ ਕਰਦੀਆਂ ਸੀ। ਉਹਦੇ ਵਿੱਚ ਇੱਕ ਮਰੀਅਮ ਵੀ ਸੀ, ਸੇਵਾ ਵੀ ਕਰਦੀ ਸੀ ਯीशु ਮਸੀਹ ਦੇ ਨਾਲ। ਇੱਕ ਵਾਰ ਕੀ ਹੁੰਦਾ ਕਿ ਜਦੋਂ ਯीशु ਮਸੀਹ ਇੱਕ ਘਰ ਦੇ ਵਿੱਚ ਬੈਠੇ ਹੁੰਦੇ ਆ, ਉੱਥੇ ਮਰੀਅਮ ਆਉਂਦੀ ਆ। ਉਹਦੇ ਕੋਲ ਬਹੁਤ ਮਹਿੰਗੇ ਮੁੱਲ ਦਾ ਇੱਕ ਅਤਰ ਹੁੰਦਾ, ਬਹੁਤ ਮਹਿੰਗੇ ਮੁੱਲ ਦਾ ਇੱਕ ਸੈਂਟ ਲਗਾ ਲਓ, ਅਤਰ ਲਗਾ ਲਓ। ਉਹ ਕੀ ਕਰਦੀ ਹੈ ਕਿ ਯीशु ਮਸੀਹ ਦੇ ਪੈਰਾਂ ਦੇ ਉੱਤੇ ਡੋਲ ਦਿੰਦੀ ਆ ਤੇ ਸਾਫ਼ ਕਰਨ ਲੱਗ ਜਾਂਦੀ ਆ। ਤੇ ਉੱਥੇ ਇੱਕ ਯीशु ਮਸੀਹ ਦਾ ਚੇਲਾ ਹੁੰਦਾ, ਉਹ ਕੀ ਕਹਿੰਦਾ ਕਿ ਇਹ 150 ਰੁਪਏ ਦਾ ਪਾਤਰ ਇਹਨੇ ਇੱਥੇ ਡੋਲਤਾ, ਆਪਾਂ ਇਹਨੂੰ ਵੇਚ ਕੇ ਕੁਝ ਲੈ ਲੈਂਦੇ, ਕੁਝ ਖਰੀਦ ਲੈਂਦੇ। ਪਰ ਉਹਦਾ ਕੀ ਸੀ? ਰਿਸ਼ਤਾ ਪ੍ਰਭੂ ਦੇ ਨਾਲ ਮਜ਼ਬੂਤ ਸੀ। ਉਹਦਾ ਰਿਸ਼ਤਾ ਪਰਮੇਸ਼ਰ ਦੇ ਨਾਲ ਮਜ਼ਬੂਤ ਸੀ। ਜਦੋਂ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ, ਜਦੋਂ ਸਾਡਾ ਰਿਸ਼ਤਾ ਪ੍ਰਭੂ ਦੇ ਨਾਲ ਮਜ਼ਬੂਤ ਹੁੰਦਾ, ਅਸੀਂ ਕਿਤੇ ਵੀ ਹੋਈਏ, ਕਿਸੇ ਵੀ ਸਥਾਨ ਤੇ ਹੋਈਏ, ਸਾਡਾ ਪ੍ਰਭੂ ਸਾਨੂੰ ਸੰਭਾਲ ਕੇ ਰੱਖਦਾ। ਹਾਲੇਲੂਇਆ। ਜਦੋਂ ਤੁਹਾਡਾ ਰਿਸ਼ਤਾ ਮਜ਼ਬੂਤ ਹੋਊਗਾ, ਤੁਸੀਂ ਇੱਧਰ ਉੱਧਰ ਨਹੀਂ ਭੱਜ ਸਕਦੇ।
ਜਦੋਂ ਤੁਹਾਡਾ ਰਿਸ਼ਤਾ ਮਜ਼ਬੂਤ ਹੋਊਗਾ ਤੁਸੀਂ ਇੱਧਰ ਉੱਧਰ ਨਹੀਂ ਭੱਜ ਸਕਦੇ। ਆਪਾਂ ਸੁਣਿਆ ਨਾ ਆਪਰੇਸ਼ਨ ਕਰਦੇ ਨੇ, ਆਪਰੇਸ਼ਨ ਜੇ ਕਿਸੇ ਦੇ ਐਡਾ ਚੀਰਾ ਲੱਗ ਜਾਵੇ ਇੱਥੇ ਤੱਕ ਉਹਨੂੰ ਆਪਰੇਸ਼ਨ ਕਰਨਾ ਪੈਂਦਾ, ਜੇ ਥੋੜਾ ਜਿਹਾ ਲੱਗ ਜੇ ਫਿਰ ਵੀ ਆਪਰੇਸ਼ਨ ਕਰਨਾ ਪੈਂਦਾ। ਆਪਰੇਸ਼ਨ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ, ਆਪਰੇਸ਼ਨ ਹੀ ਹੁੰਦਾ। ਪਾਪ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ, ਪਾਪ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ, ਪਾਪ। ਹਾਲੇਲੂਇਆ। ਅਸੀਂ ਬਪਤਿਸਮਾ ਤਾਂ ਲੈ ਲੈਂਦੇ ਆ ਪਰ ਪ੍ਰਭੂ ਦੇ ਨਾਲ ਰਿਸ਼ਤਾ। ਇੱਕ ਬੰਦਾ ਬਪਤਿਸਮਾ ਲੈਤਾ, ਬਾਹਰ ਗਿਆ, ਜਾ ਕੇ ਗੁਟਕਾ ਖਾ ਲਿਆ। ਪਾਸਟਰ ਨੇ ਪੁੱਛਿਆ ਕੀ ਕਰ ਰਿਹਾ ਤੂੰ? ਇਹ ਕੀ ਕਰ ਰਿਹਾ ਤੂੰ? ਹੁਣ ਬਪਤਿਸਮਾ ਲੈ ਕੇ ਆਇਆ। ਕਹਿੰਦਾ ਮੈਨੂੰ ਪਾਸਟਰ ਜੀ ਨੇ ਕਿਹਾ ਜੀ ਕੋਈ ਬਪਤਿਸਮਾ ਲੈ ਲਾ, ਹੌਲੀ ਹੌਲੀ ਸਹੀ ਹੋ ਜਾਏ। ਹੌਲੀ ਹੌਲੀ ਇਹ ਸਾਰਾ ਕੁਝ ਛੱਡ ਦੇ। ਪਰ ਜਦੋਂ ਇੱਕ ਔਰਤ ਨੂੰ ਯਿਸੂ ਮਸੀਹ ਦੇ ਕੋਲ ਲੈ ਕੇ ਆਏ, ਕਹਿੰਦੇ ਕਿ ਇਹ ਔਰਤ ਪਾਪ ਕਰਦੀ ਹੋਈ, ਵਿਚਾਰ ਕਰਦੀ ਹੋਈ ਫੜੀ ਗਈ ਆ। ਯਿਸੂ ਮਸੀਹ ਨੇ ਉੱਥੋਂ ਬਚਾਇਆ ਤੇ ਕੀ ਕਿਹਾ? ਅੱਜ ਤੋਂ ਬਾਅਦ ਪਾਪ ਨਾ ਕਰੀ। ਅੱਜ ਤੋਂ ਬਾਅਦ ਪਾਪ। ਯਿਸੂ ਮਸੀਹ ਨੇ ਇਦਾਂ ਦਾ ਕਿਹਾ ਨਹੀਂ ਹੈਗਾ ਕੋਈ ਗੱਲ ਹੌਲੀ ਹੌਲੀ ਕਰਕੇ ਛੱਡਦੀ। ਹਾਲੇਲੂਇਆ। ਯਿਸੂ ਮਸੀਹ ਨੇ ਇਦਾਂ ਦਾ ਨਹੀਂ ਕਿਹਾ ਹੌਲੀ ਹੌਲੀ ਕਰਕੇ ਛੱਡਦੀ, ਕਿ ਅੱਜ ਤੋਂ ਬਾਅਦ ਪਾਪ ਨਾ ਕਰੀ। ਮੈਂ ਅੱਜ ਰਿਸ਼ਤੇ ਦੀ ਗੱਲ ਕਰ ਰਿਹਾ, ਕਿੰਨਾ ਮਜ਼ਬੂਤ ਰਿਸ਼ਤਾ ਸੀ। ਜਦੋਂ ਯਿਸੂ ਮਸੀਹ ਦੇ ਪੈਰਾਂ ਦੇ ਵਿੱਚ ਪਈ, ਕਹਿੰਦੀ ਮੇਰਾ ਭਰਾ ਪ੍ਰਭੂ ਅੱਜ ਨਾ ਮੰਨਦਾ ਜੇ ਤੂੰ ਇੱਥੇ ਹੁੰਦਾ, ਤੇ ਯਿਸੂ ਰੋਣ ਲੱਗ ਗਿਆ। ਦੇਖੋ ਕਿਹੋ ਜਿਹਾ ਰਿਸ਼ਤਾ ਜੋ ਯਿਸੂ ਮਸੀਹ ਨੂੰ ਰੋਣ ਤੇ ਮਜਬੂਰ ਕਰਤਾ। ਮਾਤਾ ਵੀ ਯਿਸੂ ਦੇ ਕੋਲ ਗਿਆਨ ਬਹੁਤ ਆ, ਦੁਨੀਆ ਦੀ ਗੱਲਾਂ ਬਹੁਤ ਨੇ, ਉਹਦੇ ਕੋਲ ਬਹੁਤ ਗਿਆਨ ਆ, ਪਰ ਪ੍ਰਭੂ ਦੇ ਨਾਲ ਰਿਸ਼ਤਾ ਨਹੀਂ ਆ। ਜਦੋਂ ਤੁਹਾਡਾ ਰਿਸ਼ਤਾ ਪ੍ਰਭੂ ਦੇ ਨਾਲ ਹੋਵੇਗਾ ਤੁਸੀਂ ਇੱਧਰ ਉੱਧਰ ਨਹੀਂ ਭੱਜ ਸਕਦੇ। ਹਾਲੇਲੂਇਆ। ਜਦੋਂ ਤੁਹਾਡਾ ਰਿਸ਼ਤਾ ਪ੍ਰਭੂ ਦੇ ਨਾਲ ਮਜ਼ਬੂਤ ਆ ਤੁਸੀਂ ਇੱਧਰ ਉੱਧਰ ਨਹੀਂ ਭੱਜ ਸਕਦੇ। ਕਿਉਂਕਿ ਸਾਡਾ ਰਿਸ਼ਤਾ ਕੀ ਆ? ਪਰਮੇਸ਼ਰ ਦੇ ਨਾਲ ਮਜ਼ਬੂਤ ਹੋਣਾ ਚਾਹੀਦਾ। ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਪੜ੍ਹਿਆ ਕਿ ਜਦੋਂ ਮਾਰਥਾ ਯਿਸੂ ਮਸੀਹ ਦੇ ਕੋਲ ਆਈ, ਯਿਸੂ ਮਸੀਹ ਨੇ ਕੀ ਕਿਹਾ? ਜੇ ਤੂੰ ਪਰਮੇਸ਼ਰ ਦੀ ਮਹਿਮਾ ਨੂੰ ਦੇਖਣਾ ਚਾਹੁੰਦੀ ਆ ਤਾਂ ਅੱਜ ਹੀ ਤੇਰਾ ਭਾਈ ਜੀ ਉੱਠੇਗਾ। ਉਹਨੇ ਆਪਣੇ ਗਿਆਨ ਦੀ ਗੱਲ ਕੀਤੀ ਕਿ ਪ੍ਰਭੂ ਮੈਨੂੰ, ਮੈਂ ਜਾਣਦੀ ਆ ਕਿ ਕਿਆਮਤ ਦੇ ਦਿਨ ਮੇਰਾ ਭਾਈ ਕੀ ਆ? ਜੀ ਉੱਠੇਗਾ। ਉਹ ਇਦਾਂ ਨਹੀਂ ਦੇਖਦੀ ਕਿ ਮੇਰਾ ਪ੍ਰਭੂ ਮੇਰੇ ਸਾਹਮਣੇ ਖੜਾ, ਪਰ ਉਹਦੇ ਮੂਹਰੇ ਆਪਦਾ ਗਿਆਨ ਪੇਸ਼ ਕਰ ਰਹੀ ਆ। ਆਪਦਾ ਗਿਆਨ ਕੀ ਆ? ਪੇਸ਼ ਕਰ ਰਹੀ ਆ। ਪਰ ਇੱਕ ਮਰੀਅਮ ਆ ਕੇ ਪੈਰਾਂ ਦੇ ਵਿੱਚ ਡਿੱਗ ਗਈ। ਯਿਸੂ ਰੋਣ ਲੱਗ ਗਿਆ। ਉਹਨੇ ਵੀ ਸੇਮ ਗੱਲ ਕਹੀ, ਪਰ ਕੀ ਫਰਕ ਆ? ਪ੍ਰਭੂ ਦੇ ਨਾਲ ਰਿਸ਼ਤਾ ਮਜ਼ਬੂਤ ਸੀ। ਅੱਜ ਲੋਕ ਪਾਸਟਰ ਤੋਂ ਡਰਦੇ ਨੇ ਪਰ ਪ੍ਰਭੂ ਤੋਂ ਨਹੀਂ ਡਰਦੇ। ਕੋਈ ਗੱਲ ਨਹੀਂ, ਪਾਸਟਰ ਨੇ ਕਹਾ ਇੱਕ ਅੱਧੀ ਵਾਰ ਦੇਖਣਾ, ਪ੍ਰਭੂ ਕੋਈ ਗੱਲ ਨਹੀਂ ਦੇਖੀ ਜਾਵੇ, ਪ੍ਰਭੂ ਤਾਂ ਦੇਖੀ ਜਾਂਦਾ ਰਹਿੰਦਾ, ਕਿਹੜਾ ਫਰਕ ਪੈਂਦਾ ਕੋਈ? ਪ੍ਰਭੂ ਤਾਂ ਹਰ ਸਮੇਂ ਦੇਖਦਾ ਹੀ ਰਹਿੰਦਾ, ਕਿਹੜਾ ਕੋਈ ਫਰਕ ਪੈਂਦਾ? ਪਾਸਟਰ ਤੋਂ ਡਰਦੇ ਨੇ, ਪਾਸਟਰ ਘਰੇ ਜੋ ਗੀਤ ਬੰਦ ਕਰ ਦੇਣਗੇ, ਫਿਲਮਾਂ ਬੰਦ ਕਰ ਦੇਣਗੇ, ਪਰ ਜਿਹੜਾ ਪ੍ਰਭੂ ਹਰ ਸਮੇਂ ਦੇਖਦਾ ਰਹਿੰਦਾ, ਕੋਈ ਗੱਲ ਨਹੀਂ, ਪ੍ਰਭੂ ਤਾਂ ਦੇਖੀ ਜਾਂਦਾ ਰਹਿੰਦਾ। ਅੱਜ ਤੁਸੀਂ ਲੋਕਾਂ ਨੇ ਫੋਨ ਫੜ ਲਓ, ਜਦੋਂ ਖੋਲੋਗੇ ਲੌਕ, WhatsApp ਤੇ ਲੌਕ, Facebook ਤੇ ਲੌਕ, ਕੱਲੀ ਚੀਜ਼ ਤੇ ਲੌਕ ਲਗਾਇਆ ਪਿਆ, ਕੱਲੀ ਚੀਜ਼ ਤੇ। ਤੁਸੀਂ ਉਹਨਾਂ ਦੇ ਨੇੜੇ ਜਾਓਗੇ ਫੋਨ ਬੰਦ ਕਰ ਲੈਣਗੇ, ਜੇਬ 'ਚ ਪਾ ਲੈਣਗੇ। ਜੇ ਕਿਸੇ ਦਾ ਫੋਨ ਪਾਸਟਰ ਮੰਗ ਲੈਣ, ਉਹਨਾਂ ਤਰ੍ਹਾਂ ਫੋਨ ਦੇ ਥੋੜੇ ਸਮੇਂ ਲਈ ਐ ਹੋ ਜਿਵੇਂ 2 ਕਿਡਨੀਆਂ ਮੰਗ ਲਈਆਂ। ਕੀ ਮੈਂ ਗਲਤ ਕਹਿ ਰਿਹਾ? ਐ ਸਮਝਣਗੇ ਵੀ ਮੇਰੀਆਂ 2 ਕਿਡਨੀਆਂ ਪਾਸਟਰ ਨੇ ਮੰਗ ਲਈਆਂ। ਪਰ ਮੇਰੇ ਭੈਣੋ ਭਾਈਓ, ਕਿ ਤੁਸੀਂ ਅਜਿਹੇ ਵਿਅਕਤੀ ਹੋ, ਆ ਤੁਹਾਡਾ ਫੋਨ ਆ, ਜਾ ਕੇ ਬੈੱਡ ਤੇ ਛੱਡ ਦਿਓ, ਕੋਈ ਮਰਜ਼ੀ ਚਲਾ ਲੇ, ਕੋਈ ਚਿੰਤਾ ਨਹੀਂ ਮੈਨੂੰ। ਆ ਮੇਰਾ ਬੈੱਡ ਤੇ ਪਿਆ ਨੂੰ 5-5 6 ਦਿਨ ਪਿਆ ਰਹੇ ਘਰੇ, ਮੈਨੂੰ ਕੋਈ ਚਿੰਤਾ ਨਹੀਂ। ਪਰ ਅੱਜ ਦਾ ਸਮਾਂ ਕੀ ਆ? ਅੱਜ ਦੇ ਜਵਾਨ ਯੂਥ ਇੰਨੇ ਖਰਾਬ ਹੋ ਚੁੱਕੇ ਨੇ ਕਿ Facebook ਨੂੰ ਲੌਕ, YouTube ਨੂੰ ਲੌਕ, ਫੋਨ ਕਾਲ ਨੂੰ ਲੌਕ, ਗੈਲਰੀ ਨੂੰ ਲੌਕ, ਇੰਸਟਾਗ੍ਰਾਮ ਤੇ ਲੌਕ, ਸਨੈਪਚੈਟ ਤੇ ਲੌਕ, ਮੇਨ ਸਕਰੀਨ ਹੁੰਦੀ ਆ ਉਹਦੇ ਲੌਕ, ਕੱਲੀ ਚੀਜ਼ ਤੇ ਜ਼ਿੰਦਾ ਲਗਾ ਕੇ ਰੱਖਦੇ ਨੇ ਕਿ ਕੋਈ ਸਾਡੀ ਕਮੀਆਂ ਨੂੰ ਦੇਖ ਨਾ ਲਵੇ। ਇਦਾਂ ਕਿਉਂ ਹੁੰਦਾ?
परमेश्वर के नाल रिश्ता मजबूत नहीं है, प्रभु के नाल रिश्ता नहीं है। अब मरियम के करैक्टर के बारे पढ़ रहे हैं। मरियम जो यीशु मसीह के कोल गई, यीशु मसीह रोन लग गया। मरियम का रिश्ता इतना मजबूत सी, क्योंकि जो आप मत्ती 27:56 पढ़ते हैं, पढ़िए मत्ती 27:56। ਉਹਨਾਂ ਵਿੱਚੋਂ ਮਰੀਅਮ ਮਗਦਲੀਨੀ ਅਤੇ ਯਾਕੂਬ और योसेस ਦੀ ਮਾਤਾ ਮਰੀਅਮ ਅਤੇ ਜਬਦੀ ਦੇ ਪੁੱਤਰਾਂ ਦੀ ਮਾਤਾ ਸੀ। ਹਾਲੇਲੂਇਆ। ਇੱਥੇ ਆਪਾਂ ਪੜਿਆ ਇਹ ਆਇਤ ਦੇ ਵਿੱਚ ਕੀ ਹੈ ਕਿ ਜਦੋਂ ਯੀਸ਼ੂ ਮਸੀਹ ਨੂੰ ਸਲੀਬ ਤੇ ਚੜਾ ਦਿੱਤਾ ਗਿਆ, ਉਦੋਂ ਸਾਹਮਣੇ ਵੀ ਮਰੀਅਮ ਯੀਸ਼ੂ ਮਸੀਹ ਦੇ ਖੜੀ ਸੀ। ਜਦੋਂ ਯੀਸ਼ੂ ਮਸੀਹ ਨੂੰ ਸਲੀਬ ਤੇ ਚੜਾ ਦਿੱਤਾ ਗਿਆ, ਉਦੋਂ ਵੀ ਮਰੀਅਮ ਯੀਸ਼ੂ ਮਸੀਹ ਦੇ ਸਾਹਮਣੇ ਖੜੀ ਸੀ। ਜਦੋਂ ਯੀਸ਼ੂ ਮਸੀਹ ਸੇਵਾ ਕਰਦੇ ਸੀ, ਉਦੋਂ ਵੀ ਮਰੀਅਮ ਨਾਲ ਸੀ। ਜਦੋਂ ਯੀਸ਼ੂ ਮਸੀਹ ਨੇ ਉਹਦੇ ਭਾਈ ਨੂੰ ਜ਼ਿੰਦਾ ਕੀਤਾ, ਉਦੋਂ ਵੀ ਮਰੀਅਮ ਉੱਥੇ ਸੀ। ਜਦੋਂ ਯੀਸ਼ੂ ਮਸੀਹ ਨੂੰ ਸਲੀਬ ਤੇ ਚੜਾਇਆ ਗਿਆ, ਉਦੋਂ ਵੀ ਮਰੀਅਮ ਯੀਸ਼ੂ ਮਸੀਹ ਦੇ ਸਾਹਮਣੇ ਖੜੀ ਸੀ। हालेलुया, हालेलुया। मेरे पैर पे समझ आ रही है। ਜਦੋਂ ਯੀਸ਼ੂ ਮਸੀਹ ਨੂੰ ਸਲੀਬ ਤੇ ਚੜਾਇਆ ਗਿਆ, ਉਸ ਸਮੇਂ ਵੀ ਮਰੀਅਮ ਯੀਸ਼ੂ ਮਸੀਹ ਦੇ ਸਾਹਮਣੇ ਖੜੀ ਸੀ। ਕਿਉਂ ਖੜੀ ਸੀ? ਉਹਦਾ ਜੋ ਰਿਸ਼ਤਾ ਸੀ ਯੀਸ਼ੂ ਮਸੀਹ ਨਾਲ ਸੀ, ਬਹੁਤ ਮਜ਼ਬੂਤ ਸੀ, ਗੂੜਾ ਸੀ। ਅੱਜ ਲੋਕ ਕੀ ਆ, ਮੈਂ ਤੁਹਾਨੂੰ ਦੱਸਿਆ, ਆਪਣੇ ਪਾਸਟਰ ਤੋਂ ਡਰਦੇ ਨੇ ਪਰ ਪ੍ਰਭੂ ਤੋਂ ਡਰਦੇ ਨਹੀਂ ਆ। ਜੋ ਤੁਹਾਡਾ ਗਿਆਨ ਆ, ਤੁਹਾਡੇ ਪ੍ਰਭੂ ਦੇ ਵਿੱਚ ਤੁਹਾਡਾ ਰਿਸ਼ਤਾ ਬਣਨ ਨਹੀਂ ਦਿੰਦਾ। ਪ੍ਰਭੂ ਦੇ ਵਿੱਚ ਤੁਹਾਡਾ ਰਿਸ਼ਤਾ, ਤੁਹਾਡੇ ਤੇ ਤੁਹਾਡੇ ਪ੍ਰਭੂ ਦੇ ਵਿੱਚ ਤੁਹਾਡਾ ਰਿਸ਼ਤਾ ਬਣਨ ਨਹੀਂ ਦਿੰਦਾ। ਇੱਕ ਮਰੀਅਮ ਆ, ਯੀਸ਼ੂ ਮਸੀਹ ਦੇ ਨਾਲ ਰਹਿੰਦੀ ਆ। ਜਦੋਂ ਯੀਸ਼ੂ ਮਸੀਹ ਨੂੰ ਸਲੀਬ ਤੇ ਚੜਾਇਆ ਗਿਆ, ਉਦੋਂ ਵੀ ਕਿ ਯੀਸ਼ੂ ਮਸੀਹ ਦੇ ਸਾਹਮਣੇ ਖੜੀ ਆ। ਹਾਲੇਲੂਇਆ। ਮੱਤੀ 27:61 ਪੜ੍ਹੀਏ। ਅਤੇ ਮਰੀਅਮ ਮਗਦਲੀਨੀ ਔਰ ਦੂਜੀ ਮਰੀਅਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ। ਹਾਲੇਲੂਇਆ। ਜਦੋਂ ਯੀਸ਼ੂ ਮਸੀਹ ਨੂੰ ਸਲੀਬ ਦੇ ਉੱਤੇ ਚੜਾਇਆ, ਉਸ ਤੋਂ ਬਾਅਦ ਯੀਸ਼ੂ ਨੂੰ ਕਬਰ ਦੇ ਵਿੱਚ ਰੱਖਿਆ ਗਿਆ, ਤਾਂ ਕਬਰ ਦੇ ਸਾਹਮਣੇ ਕੌਣ ਬੈਠਾ? ਇੱਕ ਭੈਣ ਆ, ਉਹ ਸਲੀਬ ਦੇ ਮੂਹਰੇ ਵੀ ਖੜੀ। ਜਦੋਂ ਯੀਸ਼ੂ ਮਸੀਹ ਨੂੰ ਸਲੀਬ ਤੇ ਚੜਾਇਆ ਗਿਆ, ਜਦੋਂ ਯੀਸ਼ੂ ਮਸੀਹ ਨੂੰ ਕਬਰ ਦੇ ਵਿੱਚ ਰੱਖਿਆ ਗਿਆ, ਉਦੋਂ ਕਬਰ ਦੇ ਮੂਹਰੇ ਵੀ ਬੈਠੀ ਆ। ਮੈਂ ਮੇਰੇ ਭਾਈ ਜੀ ਨੇ ਸਟੇਟਸ ਪਾਇਆ, ਉਹ 'ਚ ਕੀ ਲਿਖਿਆ ਸੀ? ਕਹਿੰਦੇ ਯੀਸ਼ੂ ਮਸੀਹ ਨੇ 5000 ਲੋਕਾਂ ਨੂੰ ਰੋਟੀ ਖਵਾਈ, 5000 ਲੋਕਾਂ ਨੂੰ। ਉਹਦੇ ਵਿੱਚੋਂ ਕਿੰਨੇ ਜਣਿਆਂ ਨੇ ਯੀਸ਼ੂ ਮਸੀਹ ਦਾ ਪਿੱਛਾ ਕੀਤਾ? 500 ਜਣਿਆਂ ਨੇ ਯੀਸ਼ੂ ਮਸੀਹ ਦਾ ਪਿੱਛਾ ਕੀਤਾ। ਪਰ ਯੀਸ਼ੂ ਮਸੀਹ ਦੇ ਚੇਲੇ ਕਿੰਨੇ ਸੀ? 12 ਚੇਲੇ। ਜਦੋਂ ਯੀਸ਼ੂ ਮਸੀਹ ਨੂੰ ਗਤਸਮਨੀ ਬਾਗ ਦੇ ਵਿੱਚ ਪਕੜਵਾਇਆ ਗਿਆ ਸੀ, ਉਦੋਂ ਕਿੰਨੇ ਚੇਲੇ ਸੀ ਨਾਲ? 3 ਚੇਲੇ। ਜਦੋਂ ਯੀਸ਼ੂ ਮਸੀਹ ਨੂੰ ਸਲੀਬ ਤੇ ਚੜਾਇਆ ਗਿਆ, ਉਦੋਂ ਕਿੰਨੇ ਚੇਲੇ ਯੀਸ਼ੂ ਮਸੀਹ ਦੇ ਨਾਲ ਸੀ? 1 ਚੇਲਾ। ਜਿੰਨਾ ਤੁਸੀਂ ਸਲੀਬ ਦੇ ਨੇੜੇ ਜਾਓਗੇ, ਤੁਹਾਡਾ ਕਰਾਊਡ, ਤੁਹਾਡਾ ਇਕੱਠ ਘਟਦਾ ਜਾਵੇਗਾ। ਤੁਹਾਡੇ ਨਾਲ ਜੋ ਭੀੜਾਂ ਹੋਣਗੀਆਂ, ਉਹ ਘਟਦੀਆਂ ਜਾਣਗੀਆਂ। ਅੱਜ ਆਪਾਂ ਭੀੜ ਦੇਖ ਕੇ ਬਹੁਤ ਭੀੜਾ, ਪਰ ਜਦੋਂ ਯੀਸ਼ੂ ਮਸੀਹ ਨੇ ਭੀੜ ਦੇਖੀ, ਯੀਸ਼ੂ ਮਸੀਹ ਭੀੜ ਨੂੰ ਦੇਖ ਕੇ ਪਹਾੜ ਤੇ ਚੜ੍ਹ ਗਏ। ਅੱਜ ਦਾ ਪਾਸਟਰ ਕੀ ਕਹਿ ਰਿਹਾ ਕਿ ਉੱਥੇ ਭੀੜਾਂ ਮੈਂ ਜਾ ਕੇ ਪ੍ਰਚਾਰ ਕਰੂੰਗਾ, ਪਰ ਭੀੜ ਨੂੰ ਦੇਖ ਕੇ ਯੀਸ਼ੂ ਮਸੀਹ ਪਹਾੜ ਤੇ ਚੜ੍ਹ ਗਏ। ਮੇਰੇ ਭੈਣ ਭਾਈਓ, ਜਦੋਂ ਪ੍ਰਭੂ ਦੇ ਨਾਲ ਆਪਣਾ ਰਿਸ਼ਤਾ ਮਜ਼ਬੂਤ ਹੋਵੇਗਾ ਨਾ, ਭੈਣ ਮਰੀਅਮ ਦੀ ਤਰ੍ਹਾਂ, ਤਾਂ ਸੱਚਮੁੱਚ ਸਾਡੀ ਜ਼ਿੰਦਗੀ ਦੇ ਵਿੱਚ ਵੱਡਾ ਚੇਂਜ ਆਵੇਗਾ। ਸਾਡੀ ਜ਼ਿੰਦਗੀ ਪੂਰੀ ਰੀਤੀ ਦੇ ਨਾਲ ਬਦਲ ਜਾਵੇਗੀ। ਯੀਸ਼ੂ ਮਸੀਹ ਨੂੰ ਕਹਿੰਦੀ ਆ, ਪ੍ਰਭੂ ਜੇ ਤੂੰ ਅੱਜ ਇੱਥੇ ਨਾ ਹੁੰਦਾ ਤਾਂ ਮੇਰਾ ਭਰਾ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਯੀਸ਼ੂ ਮਸੀਹ ਰੋਣ ਲੱਗ ਗਿਆ। ਦੇਖੋ ਕਿੰਨਾ ਗਹਿਰਾ ਰਿਸ਼ਤਾ। ਜਦੋਂ ਯੀਸ਼ੂ ਮਸੀਹ ਨੂੰ ਸਲੀਬ ਤੇ ਚੜਾਇਆ, ਸਲੀਬ ਦੇ ਸਾਹਮਣੇ ਵੀ ਖੜੀ ਕੀ ਆ? ਰੋ ਰਹੀ ਆ। ਜਦੋਂ ਯੀਸ਼ੂ ਮਸੀਹ ਨੂੰ ਕਬਰ ਦੇ ਵਿੱਚ ਰੱਖਿਆ ਗਿਆ, ਕਬਰ ਦੇ ਬਾਹਰ ਕੀ ਆ? ਬੈਠੀ ਆ।
कबर के बाहर बैठी है, सलीब के बाहर खड़ी है, वो की सोच रही है, प्रभु मैनू सारे छड़ देन, कोई भी छड़ दे, कोई भी भैन मैनू ना बुलावे, चाहे मेरा विश्वास होवे चाहे ना होवे, पर मैं इत्थे बैठी रहांगी। हालेलुया। मैनू कोई बुलावे ना बुलावे, मेरे कने देखे ना देखे, मैनू कोई पसंद ना करे, मेरे से कोई भी गुण ना होवे, मैनू कोई भी प्यार ना करदा होवे, पर मैं इत्थे बैठी रहांगी। मेरे भैन भाई देखो कितना प्यार यीशु दे लिए, कहती मैं इत्थे बैठी रहांगी, कुछ मर्जी हो जाए। ਇਹਦਾ ਫਲ ਪਤਾ ਪ੍ਰਭੂ ਨੇ ਕੀ ਦਿੱਤਾ ਉਹਨੂੰ? ਆਪਾਂ ਪੜਾਂਗੇ ਯੋਹਨਾ 20:14। ਇਹ ਕਹਿ ਕੇ ਉਹ ਪਿੱਛੇ ਮੁੜੀ ਅਤੇ ਯਿਸੂ ਨੂੰ ਖਲੋਤਾ ਵੇਖਿਆ। ਹਾਲੇਲੂਇਆ ਹਾਲੇਲੂਇਆ। ਸਭ ਤੋਂ ਮੇਨ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸੁਣੀਏ ਧਿਆਨ ਦੇ ਨਾਲ ਸੁਣੀਏ। ਜਦੋਂ ਸਲੀਬ ਦੇ ਸਾਹਮਣੇ ਖੜੀ ਆ, ਪ੍ਰਭੂ ਦੇ ਨਾਲ ਰਿਸ਼ਤਾ ਮਜ਼ਬੂਤ ਆ, ਕਬਰ ਦੇ ਸਾਹਮਣੇ ਬੈਠੀ ਆ, ਤਾਂ ਉਹਦਾ ਫਲ ਉਹਨੂੰ ਕੀ ਮਿਲਿਆ? ਜਦੋਂ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਯਿਸੂ ਮਸੀਹ ਨੇ ਆਪਣਾ ਚਿਹਰਾ ਸਭ ਤੋਂ ਪਹਿਲਾਂ ਆਪਣੇ ਪਿਤਾ ਪਰਮੇਸ਼ਰ ਨੂੰ ਦਿਖਾਉਣਾ ਸੀ, ਪਰ ਸਭ ਤੋਂ ਪਹਿਲਾਂ ਉਹਦਾ ਚਿਹਰਾ ਕਿਹਨੂੰ ਦਿਖਾਇਆ? ਮਰੀਅਮ ਨੂੰ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਹ ਕਿਉਂ ਹੋਇਆ? ਇਦਾਂ ਕਿਉਂ ਹੋਇਆ? ਆਪਦਾ ਚਿਹਰਾ ਸਭ ਤੋਂ ਪਹਿਲਾਂ ਆਪਣੇ ਪਰਮੇਸ਼ਰ ਨੂੰ ਦਿਖਾਉਣਾ ਸੀ, ਆਪਣੇ ਪਿਤਾ ਨੂੰ ਦਿਖਾਉਣਾ ਸੀ, ਪਰ ਸਭ ਤੋਂ ਪਹਿਲਾਂ ਚਿਹਰਾ ਕਿਹਨੇ ਦੇਖਿਆ? ਮਰੀਅਮ ਨੇ। ਕਿਉਂ? ਪਤਾ ਕੀ ਸੋਚਦੀ ਸੀ? ਕੋਈ ਮੈਨੂੰ ਬੁਲਾਵੇ ਨਾ ਬੁਲਾਵੇ, ਕੋਈ ਮੇਰੀ ਬੰਦਗੀ ਦੇ ਵਿੱਚ ਨਾ ਆਵੇ, ਮੈਨੂੰ ਕੋਈ ਕਲੀਸਿਆ ਦੇ ਵਿੱਚ ਨਾ ਜਾਣਦਾ ਹੋਵੇ, ਮੈਂ ਕੋਈ ਇੱਧਰ ਉੱਧਰ ਚਾਹੇ ਜਾਂਦੀ ਆ, ਚਾਹੇ ਮੈਨੂੰ ਕੋਈ ਨਹੀਂ ਬੁਲਾਉਂਦਾ, ਚਾਹੇ ਮੈਂ ਕਿਸੇ ਵੀ ਸਥਾਨ ਤੇ ਬੈਠੀ ਆ, ਪਰ ਮੇਰਾ ਪ੍ਰਭੂ ਕੀ ਆ? ਮੇਰੇ ਨਾਲ ਆ। ਮੇਰਾ ਰਿਸ਼ਤਾ ਕੀ ਆ? ਅੱਜ ਲੋਕ ਆਪਦੇ ਪਾਸਟਰ ਨੂੰ ਛੱਡ ਕੇ ਹੋਰ ਚਰਚ ਦੇ ਵਿੱਚ ਚਲੇ ਜਾਂਦੇ ਨੇ, ਹੋਰ ਕਲੀਸਿਆ ਦੇ ਵਿੱਚ ਚਲੇ ਜਾਂਦੇ ਨੇ। ਇਹਦਾ ਮਤਲਬ ਕੀ ਆ? ਪਰਮੇਸ਼ਰ ਦੇ ਨਾਲ ਰਿਸ਼ਤਾ ਹੈ ਨਹੀਂ, ਆਪਦੇ ਪਾਸਟਰ ਦੇ ਨਾਲ ਰਿਸ਼ਤਾ ਹੈ ਨਹੀਂ। ਆਪਦੇ ਪਾਸਟਰ ਦੇ ਨਾਲ ਰਿਸ਼ਤਾ ਹੈ ਨਹੀਂ। ਮੈਂ ਸੋਚਦਾ ਜੋ ਅੱਜ ਭੈਣ ਭਾਈ ਬੰਦਗੀ ਦੇ ਵਿੱਚ ਨਹੀਂ ਆਏ, ਪਤਾ ਨਹੀਂ ਉਹਨਾਂ ਨੇ ਕੀ ਕੁਝ ਮਿਸ ਕਰ ਦਿੱਤਾ ਹੋਵੇਗਾ, ਕੀ ਕੁਝ ਗਵਾ ਲਿਆ ਹੋਵੇਗਾ। जो वचन तुम सुनोगे बिना आत्मा तो वो तुम सुनने के ਵਿੱਚ बहुत ਵਧੀਆ लगेगा, क्या बात है, बहुत ਵਧੀਆ वचन है, पर जो आत्मा के द्वारा बोले हुए वचन होगा ਤੁਹਾਡੀ ਜ਼ਿੰਦਗੀ ਬਦਲ ਦੇਵੇਗਾ, ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗਾ, ਤੁਹਾਡੇ ਆਉਣ ਵਾਲੀ ਪੀੜ੍ਹੀਆਂ ਨੂੰ ਬਦਲ ਦੇਵੇਗਾ, ਤੁਹਾਡੀ ਪਰਿਸਥਿਤੀਆਂ ਨੂੰ ਬਦਲ ਦੇਵੇਗਾ। ਬਸ ਬਿਲੀ ਗ੍ਰਾਮ ਜੋ ਵਚਨ ਸੁਣਾਉਂਦੇ ਸੀ, ਇੱਕ ਭਾਈ ਉਹਨਾਂ ਕੋਲ ਆਉਂਦਾ ਵੀ ਤੁਹਾਡੇ ਵਚਨ ਦੇ ਦੁਆਰਾ ਇੰਨੇ ਲੋਕ ਕਿਵੇਂ ਬਚਦੇ ਨੇ, ਇੰਨੀਆਂ ਰੂਹਾਂ ਕਿਵੇਂ ਬਚ ਜਾਂਦੀਆਂ ਨੇ ਵਚਨ ਦੁਆਰਾ। ਉਹ ਕਹਿੰਦਾ ਮੇਰਾ ਵਚਨ ਸੁਣ। 31 ਮਿੰਟ ਦਾ ਵਚਨ ਸੀ, ਉਹਦੇ ਵਿੱਚ 104 ਵਾਰੀ ਕਿਹਾ ਕਿ ਯਿਸੂ ਮਸੀਹ ਇਹ ਕਹਿੰਦੇ ਨੇ, ਵਚਨ ਇਹ ਕਹਿੰਦਾ, ਬਾਈਬਲ ਇਹ ਕਹਿੰਦੀ ਆ। ਵਚਨ ਦੇ ਦੁਆਰਾ ਤੁਹਾਡੀ ਜ਼ਿੰਦਗੀ ਬਦਲ ਸਕਦੀ ਆ। ਇੱਥੇ ਤਾੜੀਆਂ ਵਜਾਉਣ ਨਾਲ, ਆਰਾਧਨਾ ਕਰਨ ਦੇ ਨਾਲ, ਨੱਚਣ ਦੇ ਨਾਲ ਮੈਂ ਸਵਰਗ ਤੇ ਨਹੀਂ ਚੱਲ ਜਾਣਾ, ਮੈਂ ਸਵਰਗ ਦੇ ਵਿੱਚ ਨਹੀਂ ਜਾ ਜਾਣਾ। ਜੇ ਮੇਰਾ ਰਿਸ਼ਤਾ ਪ੍ਰਭੂ ਦੇ ਨਾਲ ਮਜ਼ਬੂਤ ਹੋਊਗਾ, ਮੈਂ ਸਵਰਗ ਦੇ ਵਿੱਚ ਜਾ ਸਕਦਾ। ਕਦੇ ਵੀ ਭੁੱਖ ਨਾ ਰੱਖੀਏ ਕਿ ਅਸੀਂ ਯਿਸੂ ਮਸੀਹ ਨੂੰ ਮੰਨਦੇ ਆ, ਅਸੀਂ ਸਵਰਗ ਦੇ ਵਿੱਚ ਜਾਵਾਂਗੇ। ਆਪਣੇ ਅੰਦਰ ਇਹ ਤਮੰਨਾ ਰੱਖੀਏ ਕਿ ਅਸੀਂ ਯਿਸੂ ਮਸੀਹ ਨੂੰ ਮੰਨਦੇ ਆ, ਜਦੋਂ ਅਸੀਂ ਯਿਸੂ ਮਸੀਹ ਨੂੰ ਮਿਲਾਂਗੇ ਕਿੰਨਾ ਸੋਹਣਾ ਮਾਹੌਲ ਹੋਵੇਗਾ। ਦੇਖੋ ਇੱਕ ਭੈਣ ਜਿਹਦਾ ਭਾਈ ਮਰ ਗਿਆ, ਯਿਸੂ ਮਸੀਹ ਦੇ ਚਰਨਾਂ ਦੇ ਵਿੱਚ ਡਿੱਗੀ, ਯਿਸੂ ਮਸੀਹ ਦੇ ਪੈਰਾਂ ਧੋਦੀ ਆ, ਸੈਂਟ ਦੇ ਨਾਲ, ਅਤਰ ਦੇ ਨਾਲ ਯਿਸੂ ਮਸੀਹ ਦੇ ਪੈਰਾਂ ਨੂੰ ਧੋਦੀ ਆ, ਆਪਣੇ ਬਾਲਾਂ ਦੇ ਨਾਲ ਸਾਫ਼ ਕਰਦੀ ਆ। ਜਦੋਂ ਯਿਸੂ ਮਸੀਹ ਸਲੀਬ ਦੇ ਉੱਤੇ ਨੇ, ਉਹਨਾਂ ਦੇ ਸਾਹਮਣੇ ਖੜੀ ਆ, ਯਿਸੂ ਮਸੀਹ ਸੇਵਾ ਕਰਦੇ ਨੇ, ਉਹਨਾਂ ਦੇ ਨਾਲ ਰਹਿੰਦੀ ਆ। ਜਦੋਂ ਯਿਸੂ ਮਸੀਹ ਦੀ ਡੈਥ ਹੋ ਗਈ, ਉਹਨਾਂ ਨੂੰ ਕਬਰ ਦੇ ਵਿੱਚ ਰੱਖਤਾ, ਕਬਰ ਦੇ ਬਾਹਰ ਬੈਠੀ ਆ, ਕਹਿੰਦੀ ਮੇਰੇ ਕੋਲ ਕੋਈ ਹੋਵੇ ਨਾ ਹੋਵੇ, ਮੈਨੂੰ ਕੋਈ ਬੁਲਾਵੇ ਨਾ ਬੁਲਾਵੇ, ਮੇਰੇ ਕੋਲ ਕੋਈ ਆਉਂਦਾ ਹੋਵੇ ਨਾ ਆਉਂਦਾ ਹੋਵੇ, ਮੇਰਾ ਕਿਸੇ ਨਾਲ ਰਿਸ਼ਤਾ ਨਾ ਹੋਵੇ, ਪਰ ਫਿਰ ਵੀ ਮੈਂ ਇੱਥੇ ਬੈਠੀ ਰਹਾਂਗੀ, ਫਿਰ ਵੀ ਮੈਂ ਇੱਥੇ ਬੈਠੀ ਰਹਾਂਗੀ। ਉਹਦਾ ਮੁੱਲ ਨੂੰ ਕੀ ਮਿਲਿਆ ਕਿ ਸਭ ਤੋਂ ਪਹਿਲਾਂ ਯਿਸੂ ਮਸੀਹ ਨੇ ਆਪਣਾ ਚਿਹਰਾ ਕਿਹਨੂੰ ਦਿਖਾਇਆ? ਮਰੀਅਮ ਨੂੰ। ਹਾਲੇਲੂਇਆ ਮੇਰੇ ਭੈਣੋ ਭਾਈਓ,
ਜਦੋਂ ਤੁਹਾਡਾ ਰਿਸ਼ਤਾ ਤੁਹਾਡੇ ਪ੍ਰਭੂ ਦੇ ਨਾਲ ਮਜ਼ਬੂਤ ਹੋਵੇਗਾ, ਤੁਹਾਡੀ ਜ਼ਿੰਦਗੀ ਕੀ ਆ ਬਦਲ ਜਾਵੇਗੀ। ਤੁਸੀਂ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਨਹੀਂ ਜੀ ਸਕਦੇ। ਸਾਨੂੰ ਦੁਨੀਆ ਦੀ ਤਰ੍ਹਾਂ ਜ਼ਿੰਦਗੀ ਜੀਣ ਦੇ ਲਈ ਬੁਲਾਇਆ ਹੋਇਆ ਨਹੀਂ ਆ। ਸਾਨੂੰ ਇੱਕ ਆਸ਼ੀਸ਼ਿਤ ਜ਼ਿੰਦਗੀ ਜੀਣ ਦੇ ਲਈ ਪ੍ਰਭੂ ਨੇ ਬੁਲਾਇਆ। ਆਮੀਨ। ਉਹਦੇ ਵਿੱਚ ਦੁੱਖ ਵੀ ਹੋ ਸਕਦਾ, ਸੁੱਖ ਵੀ ਹੋ ਸਕਦਾ, ਪਰ ਪ੍ਰਭੂ ਸਾਨੂੰ ਕਿਸੇ ਚੰਗੀ ਚੀਜ਼ ਦੀ ਘਾਟ ਨਹੀਂ ਛੱਡਣੀ, ਕਿਉਂਕਿ ਇਹ ਬਟੋਰਨ ਦਾ ਸਮਾਂ, ਬਟੋਰਨ ਦਾ, ਇਕੱਠਾ ਕਰਦਾ ਸਮਾਂ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਇਹ ਇਕੱਠੇ ਕਰਦਾ ਸਮਾਂ। ਜਦੋਂ ਪ੍ਰਭੂ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ, ਆਪਣੇ ਚੇਲਿਆਂ ਦੇ ਪੈਰ ਧੋ ਰਹੇ ਸੀ, ਉਸ ਸਮੇਂ ਕੀ ਇੱਕ ਚੇਲਾ ਕਹਿੰਦਾ ਪ੍ਰਭੂ ਮੇਰੇ ਪੈਰ ਨਾ ਧੋ, ਮੇਰੇ ਪੈਰ ਕੀ ਆ ਨਾ ਧੋ। ਯਿਸੂ ਜੀ ਪੈਰਾਂ ਨੂੰ ਧੋ ਕੇ, ਯਿਸੂ ਜੀ ਨੇ ਕੀ ਕਿਹਾ, ਜਿਹੜਾ ਬੰਦਾ ਪੂਰਾ ਨਹਾ ਲਿਆ ਉਹਨੂੰ ਹੋਰ ਪੈਰ ਧੋਣ ਤੋਂ ਬਿਨਾ ਹੋਰ ਕੁਝ ਧੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਪੈਰਾਂ ਦੀ ਕੀ ਆ ਮਿੱਟੀ ਲੱਗ ਜਾਂਦੀ ਆ। ਯਿਸੂ ਜੀ ਉਸ ਸਮੇਂ ਇਹਨਾਂ ਦੀ ਮਿੱਟੀ ਸਾਫ਼ ਕਰਦੇ ਸੀ। ਤਾਂ ਮਤਲਬ ਕੀ ਆ ਕਿ ਜਦੋਂ ਪੈਰਾਂ ਨੂੰ ਮਿੱਟੀ ਲੱਗੀ, ਮਿੱਟੀ ਨੂੰ ਸਾਫ਼ ਕਰੋ, ਪੈਰਾਂ ਨੂੰ ਨਾ ਕੱਟੋ। ਜਦੋਂ ਜ਼ਿੰਦਗੀ ਦੇ ਵਿੱਚ ਪਾਪ ਆ ਗਿਆ, ਪਾਪ ਨੂੰ ਖਤਮ ਕਰੋ, ਨਾ ਕਿ ਆਪਣੀ ਜ਼ਿੰਦਗੀ ਨੂੰ ਖਤਮ ਕਰ ਦਿਓ। ਮੇਰੇ ਭੈਣੋ ਭਾਈਓ, ਉਸ ਭੈਣ ਨੇ ਯਿਸੂ ਮਸੀਹ ਨਾਲ ਅਜਿਹਾ ਰਿਸ਼ਤਾ ਰੱਖਿਆ ਕਿ ਯਿਸੂ ਮਸੀਹ ਨੇ ਸਭ ਤੋਂ ਪਹਿਲਾਂ ਆਪਣਾ ਚਿਹਰਾ ਉਹਨੂੰ ਦਿਖਾਇਆ। ਸਭ ਤੋਂ ਪਹਿਲਾਂ ਆਪਣਾ ਚਿਹਰਾ ਉਸ ਨੂੰ ਦਿਖਾਇਆ। ਕਿੰਨੀ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ, ਬਹੁਤ ਹੀ ਵੱਡੀ ਗੱਲ ਆ। ਰਿਸ਼ਤਾ ਕੀ ਸੀ? ਰਿਸ਼ਤਾ ਕੀ ਸੀ? ਪਰਮੇਸ਼ਰ ਨੇ ਕੀ ਕਿਹਾ? ਸਭ ਤੋਂ ਪਹਿਲਾ ਸ਼ਬਦ ਕੀ ਕਿਹਾ ਸੀ ਪਰਮੇਸ਼ਰ ਨੇ ਜਦੋਂ ਧਰਤੀ ਨੂੰ ਬਣਾਇਆ? यीशु जी ने रोशनी बनाई, परमेश्वर ने रोशनी ਨੂੰ ਕੀ ਕੀਤਾ? ਉੱਪਰ ਕੀਤਾ। ਤੇ ਸਭ ਤੋਂ ਪਹਿਲਾਂ ਕੀ ਆ? ਰੋਸ਼ਨੀ ਆ ਜਾਏ। ਯਿਸੂ ਮਸੀਹ ਕੀ ਕਹਿੰਦੇ ਆ? ਜਗਤ ਦੀ ਜੋਤੀ ਮੈਂ ਹਾਂ, ਜਗਤ ਦੀ ਜੋਤੀ ਮੈਂ ਹਾਂ। ਪਰਮੇਸ਼ਰ ਨੇ ਆਪਣੇ ਮੂੰਹ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਣੇ ਬੇਟੇ ਦਾ ਨਾਮ ਲਿਆ। ਜੋਤੀ ਉਤਪੰਨ ਹੋਈ। ਯਿਸੂ ਮਸੀਹ ਨੇ ਕੀ ਕਿਹਾ? ਜਗਤ ਦੀ ਜੋਤੀ ਕੀ ਆ? ਮੈਂ ਹਾਂ। जो मेरे ते विश्वास रखता, मेरे नाल रिश्ता रखता, वो दुनिया दे विच घुम नहीं सकता, दुनिया दे विच खो नहीं सकता। बहुत लोग तुहानू भड़काउणगे, बहुत लोग तुहानू इत्थों हिलाउण दी कोशिश करनगे, बहुत लोग तुहानू कहणगे इत्थों हिल जाओ, अपनी जगह तो हिल जाओ। भाई नानक कहंदा मैं कहा आप इधर बैठ जाओ, कहंदे मैं अपनी जगह तो हिलना नहीं आ। बहुत लोग तुहानू हिलाउण दी कोशिश करनगे, पर जे तुहाडा प्रभु दे नाल रिश्ता मजबूत आ, तुसीं उच्च करके बैठे रहोगे। मैनू कोई ना बुलावे, मैनू कोई बुलावे ना बुलावे, मेरे ते विश्वास ना करता होवे, कोई मेरे प्रति कुछ गलत बोलता होवे, मैनू कुछ भी कहता होवे, कलीसिया विच मैनू कोई प्यार ना करता होवे, चाहे मैनू कोई गलत बोलता होवे, पर मैं इत्थे ही बैठा मेरे भैन भरा एक गल हमेशा याद रखो, जे तुसीं चिन्ह चमत्कारां दे पिछे भजोगे तुहाडे काम वध जाणगे, पर जे तुसीं परमेश्वर दे वचन दे पिछे भजोगे प्रभु तुहानूं गल लगाउणगे। प्रभु तुहानूं गल लगाउणगे। की लिखिया वचन दे विच? जो बूटे जो बाग दे विच तूं लग गया उत्थे लगਿਆ रह। एक बाग दे विचों फुੱਲ ਨੂੰ ਕੱਟ ਦੋ, ਮੁਰਝਾ ਜਾਂਦਾ, खत्म हो ਜਾਂਦਾ, पर जो ਉਹੀ बाग दे विच ਲੱਗਿਆ ਰਹੂਗਾ ਉਹ ਕਿੰਨਾ ਫਲਵੰਤ ਹੋਊਗਾ, कितना फलवंत होगा। वो बाग कौन आ? यीशु मसीह। ਅਸੀਂ ਯਿਸੂ ਮਸੀਹ ਦੇ ਵਿੱਚ ਹਮੇਸ਼ਾ ਲੱਗੇ ਰਹੀਏ। ਹਾਲੇਲੂਇਆ। ਆਪਣੀ ਕਲੀਸਿਆ ਦੇ ਵਿੱਚ ਹਮੇਸ਼ਾ ਲੱਗੇ ਰਹੀਏ, ਪ੍ਰਭੂ ਦੇ ਲੋਕਾਂ ਦੇ ਨਾਲ ਹਮੇਸ਼ਾ ਮਿਲੇ ਰਹੀਏ, ਤਾਂ ਤੁਹਾਡੀ ਜ਼ਿੰਦਗੀ ਕੀ ਆ? ਬਦਲ ਜਾਵੇਗੀ। ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਕੰਮ ਹੋਵੇਗਾ ਜਦੋਂ ਤੁਹਾਡਾ ਰਿਸ਼ਤਾ ਤੁਹਾਡੇ ਪ੍ਰਭੂ ਦੇ ਨਾਲ ਮਜ਼ਬੂਤ ਹੋਵੇਗਾ। देखो किस तरह यीशु मसीह ने सब तो पहला अपना चेहरा अपने पिता परमेश्वर ਨੂੰ ਦਿਖਾਉਣਾ ਸੀ, ਪਰ ਸਭ ਤੋਂ ਪਹਿਲਾ ਚਿਹਰਾ ਕਿਹਨੂੰ ਦਿਖਾਇਆ? ਕਿਹਨੂੰ ਦਿਖਾਇਆ? ਕਿਉਂ ਦਿਖਾਇਆ? ਕਿਉਂਕਿ ਤਾਂ ਯੀਸ਼ੂ ਦੇ ਨਾਲ ਰਿਸ਼ਤਾ ਬਹੁਤ ਮਜ਼ਬੂਤ ਸੀ। ਯੀਸ਼ੂ ਦੇ ਨਾਲ ਰਿਸ਼ਤਾ
ਅਜਿਹਾ ਰਿਸ਼ਤਾ ਸੀ, ਮਾਂ ਆਪਣੇ ਬੇਟੇ ਨੂੰ ਭੁੱਲ ਸਕਦੀ ਆ, ਪਿਤਾ ਆਪਣੇ ਬੇਟੇ ਨੂੰ ਭੁੱਲ ਸਕਦਾ, ਬੱਚੇ ਆਪਣੇ ਮਾਂ-ਪਿਓ ਨੂੰ ਭੁੱਲ ਸਕਦੇ ਨੇ, ਪਰ ਉਹਨੇ ਯੀਸ਼ੂ ਨੂੰ ਨਹੀਂ ਛੱਡਿਆ। ਯੀਸ਼ੂ ਮਸੀਹ ਨੂੰ ਸਲੀਬ ਤੇ ਚੜਾਇਆ ਹੋਇਆ, ਸਾਹਮਣੇ ਖੜੀ ਰੋ ਰਹੀ ਆ। ਯੀਸ਼ੂ ਮਸੀਹ ਦੀ ਡੈਥ ਹੋ ਗਈ, ਯੀਸ਼ੂ ਮਸੀਹ ਨੂੰ ਕਬਰ ਦੇ ਵਿੱਚ ਰੱਖਤਾ, ਬਾਹਰ ਬੈਠੀ ਰੋ ਰਹੀ ਹੈ ਜਾਂ ਪ੍ਰਾਰਥਨਾ ਕਰ ਰਹੀ ਆ, ਕਬਰ ਦੇ ਬਾਹਰ ਬੈਠੀ ਆ। ਪਰ ਜਦੋਂ ਯੀਸ਼ੂ ਮਸੀਹ ਜ਼ਿੰਦਾ ਹੋਏ, ਸਭ ਤੋਂ ਪਹਿਲਾ ਚਿਹਰਾ ਕਿਹਨੂੰ ਦਿਖਾਇਆ? ਮਰੀਮ ਨੂੰ। ਕਿਉਂ? ਉੱਥੇ ਬੈਠੀ ਰਹੀ। ਉੱਥੇ ਕੀ ਆ? ਜੇ ਅੱਜ ਵੀ ਤੁਸੀਂ ਇੱਥੇ ਬੈਠੇ ਰਹੋਗੇ, ਸਭ ਤੋਂ ਵੱਡਾ ਚਮਤਕਾਰ ਕਿਹਨਾਂ ਦੀ ਜ਼ਿੰਦਗੀ 'ਚ ਹੋਵੇਗਾ? ਜੇ ਮਰੀਮ ਉੱਥੋਂ ਉੱਠ ਕੇ ਕਿਸੇ ਹੋਰ ਕਬਰ ਦੇ ਮੂਹਰੇ ਬੈਠ ਜਾਂਦੀ, ਕਿ ਯਿਸੂ ਮਸੀਹ ਨੂੰ ਦੇਖ ਸਕਦੀ ਸੀ? ਜੇ ਮਰੀਮ ਉਸ ਕਬਰ ਤੋਂ ਜਿੱਥੇ ਯਿਸੂ ਮਸੀਹ ਨੂੰ ਰੱਖਿਆ ਗਿਆ ਸੀ, ਉੱਥੋਂ ਉੱਠ ਕੇ ਦੂਸਰੀ ਕਬਰ ਦੇ ਮੂਹਰੇ ਜਾ ਕੇ ਬੈਠ ਜਾਂਦੀ, ਕਿ ਉਹ ਯਿਸੂ ਮਸੀਹ ਨੂੰ ਦੇਖ ਸਕਦੀ ਸੀ? ਜਾਂ ਯਿਸੂ ਮਸੀਹ ਆਪਣਾ ਚਿਹਰਾ ਨੂੰ ਦਿਖਾ ਸਕਦੇ ਸੀ? ਨਹੀਂ ਦਿਖਾ ਸਕਦੇ ਸੀ। ਕਿਉਂ? ਇੱਥੇ ਬੈਠੀ ਰਹੀ। ਮੇਰੇ ਭੈਣੋ ਭਾਈਓ, ਪ੍ਰੇਮ ਦੇ ਵਿੱਚ ਵਧੋ, ਗਿਆਨ ਦੇ ਵਿੱਚ ਨਹੀਂ, ਪ੍ਰੇਮ ਦੇ ਵਿੱਚ ਵਧੋ। ਝੂਠ ਨਾ ਬੋਲੋ। ਜਿਸ ਤਰ੍ਹਾਂ ਮਾਤਾ ਨੇ ਕੀ ਕਿਹਾ, ਮਰੀਮ ਤੈਨੂੰ ਯੀਸ਼ੂ ਬੁਲਾ ਰਿਹਾ, ਕਿ ਯੀਸ਼ੂ ਨੇ ਬੁਲਾਇਆ ਸੀ ਮਰੀਮ ਨੂੰ? ਕਿ ਯੀਸ਼ੂ ਨੇ ਬੁਲਾਇਆ ਸੀ ਵੀ ਮਰੀਮ ਨੂੰ ਮੇਰੇ ਕੋਲ ਭੇਜ ਦੇ? ਮਾਤਾ ਨੂੰ ਕਿੰਨੀਆਂ ਗੱਲਾਂ ਕਹਿਣੀਆਂ ਪਈਆਂ, ਯੀਸ਼ੂ ਕਿਆਮਤ ਦੇ ਦਿਨ ਜਦ ਤੂੰ ਆਵੇਂਗਾ ਉਦੋਂ ਮੇਰਾ ਭਰਾ ਜੀ ਉੱਠੂਗਾ, ਪਰ ਉਹ ਐ ਨਾ ਕਰ, ਉਹ ਨਾ ਕਰ, ਕਿੰਨੀਆਂ ਗਿਆਨ ਦੀ ਗੱਲਾਂ ਕਰਨੀਆਂ ਪਈਆਂ। ਪਰ ਮਾਤਾ ਉਹਨੇ ਇੱਕ ਸ਼ਬਦ ਨਹੀਂ ਮੂੰਹ ਦੇ ਵਿੱਚੋਂ ਕਿਹਾ, ਯੀਸ਼ੂ ਦੇ ਅੱਗੇ ਆ ਕੇ ਨੀਚੇ ਬੈਠ ਗਈ, ਯੀਸ਼ੂ ਰੋਣ ਲੱਗ ਗਿਆ। ਕਿ ਸਾਰੇ ਭੈਣ ਭਾਈ ਸਮਝ ਰਹੇ ਨੇ ਮੇਰੀ ਗੱਲ ਨੂੰ? ਇੱਕ ਪਾਸਟਰ ਸੀ, ਉਹਨੂੰ ਦੂਸਰਾ ਪਾਸਟਰ ਪੁੱਛਦਾ ਵੀ ਤੇਰੀ ਕਲੀਸਿਆ ਦੇ ਵਿੱਚ ਕਿੰਨੇ ਲੋਕ ਆਉਂਦੇ ਨੇ? ਕਹਿੰਦੇ ਮੇਰੀ ਕਲੀਸਿया के ਵਿੱਚ 6 लोग आते हैं। कहता पास्टर जी आपके तो लोग ही बहुत कम आते हैं। कहता यीशु मसीह की कलीसिया में कितने लोग थे? 12 लोग थे। कहता कम से कम आधे तो मेरे पास आते हैं। हालेलुया। कहता कम से कम आधे तो मेरे पास आते हैं। ਜਦੋਂ ਤੁਸੀਂ ਪਰਮੇਸ਼ਰ ਦੇ ਵਚਨ ਦੀ ਗਹਿਰਾਈ ਦੇ ਵਿੱਚ ਆਓਗੇ ਨਾ, ਪ੍ਰਭੂ ਦਾ ਵਚਨ ਤੁਹਾਨੂੰ ਦੱਸੇਗਾ ਕਿ ਤੁਸੀਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਜੀਣਾ ਹੈ, ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ। ਕਿਉਂਕਿ ਸਿਰਫ ਪਰਮੇਸ਼ਰ ਦਾ ਵਚਨ ਬੋਲਦਾ, ਪਰਮੇਸ਼ਰ ਦਾ ਆਤਮਾ ਬੋਲਦਾ, ਕੋਈ ਇਨਸਾਨ ਨਹੀਂ ਬੋਲਦਾ। ਜੇ ਤੁਸੀਂ ਕਿਸੇ ਇਨਸਾਨ ਤੇ ਭਰੋਸਾ ਰੱਖੋਗੇ, ਮੇਰੇ ਤੇ ਭਰੋਸਾ ਰੱਖੋਗੇ, ਪਾਸਟਰ ਜੀ ਤੇ ਭਰੋਸਾ ਰੱਖੋਗੇ, ਤਾਂ ਤੁਸੀਂ ਡਿੱਗ ਸਕਦੇ ਹੋ, ਤੁਹਾਨੂੰ ਧੋਖਾ ਖਾਣਾ ਪੈ ਸਕਦਾ। ਪਰ ਜੇ ਤੁਸੀਂ ਪ੍ਰਭੂ ਦੇ ਨਾਲ ਆਪਣਾ ਰਿਸ਼ਤਾ ਰੱਖੋਗੇ, ਪ੍ਰਭੂ ਦੇ ਉੱਤੇ ਵਿਸ਼ਵਾਸ ਰੱਖੋਗੇ, ਤਾਂ ਤੁਸੀਂ ਕਦੇ ਵੀ ਡਿੱਗ ਨਹੀਂ ਸਕਦੇ। ਜੇ ਤੁਸੀਂ ਆਪਣੀ ਕਲੀਸਿਆ ਦੇ ਵਿੱਚ ਲੱਗੇ ਰਹੋਗੇ, ਇੱਥੇ ਬੈਠੇ ਰਹੋਗੇ, ਕੋਈ ਤੁਹਾਨੂੰ ਬੁਲਾਵੇ ਨਾ ਬੁਲਾਵੇ, ਕੋਈ ਤੁਹਾਡੇ ਪ੍ਰਤੀ ਗਲਤ ਸੋਚਦਾ ਹੋਵੇ, ਸੋਚੀ ਜਾਣ ਦੇ। ਕੋਈ ਤੁਹਾਡੇ ਬਾਰੇ ਅੱਛਾ ਸੋਚਦਾ, ਉਹਨੂੰ ਸੋਚੀ ਜਾਣ ਦਿਓ। ਕੋਈ ਤੁਹਾਡੇ ਪ੍ਰਤੀ ਕੁਝ ਬੋਲ ਰਿਹਾ, ਉਹਨੂੰ ਬੋਲੀ ਜਾਣ ਦਿਓ। ਕੋਈ ਤੁਹਾਡੇ ਪ੍ਰਤੀ ਕੁਝ ਅੱਛਾ ਬੋਲ ਰਿਹਾ, ਉਹਨੂੰ ਬੋਲੀ ਜਾਣ ਦਿਓ। ਪਰ ਤੁਸੀਂ ਇੱਥੇ ਬੈਠੇ ਰਹੋ ਤਾਂ ਪ੍ਰਭੂ ਤੁਹਾਡੀ ਜ਼ਿੰਦਗੀ ਵਿੱਚ ਵੱਡਾ ਕੰਮ ਕਰੇਗਾ। ਜਿਸ ਤਰ੍ਹਾਂ ਮਰੀਮ ਦੀ ਜ਼ਿੰਦਗੀ 'ਚ ਵੱਡਾ ਕੰਮ ਹੋਇਆ ਨਾ, यीशु मसीह ने सब तो पहले अपना चेहरा मरियम को दिखाया, उसी तरह प्रभु तुम्हारी जिंदगी च भी बड़ा काम करेगा। तुम्हारी जिंदगी दे विच भी प्रभु बड़ा काम कि मैं कर सकदा, कि मैं बड़ा काम कर सकदा कोई, पर कौन कर सकदा? यीशु मसीह कर सकदा। मैं सोचा, मैं हैरान होया भी वो बेचारी कबर के बाहर बैठी है, सवेरे सवेरे 4 बजे 5 बजे। यीशु मसीह नाल किहो जिहा रिश्ता सी, किहो जिहा, कितना बुरा रिश्ता हो, कबर के बाहर बैठी है। यीशु मसीह ने भी उहदे रिश्ते नूं देखिया कि मेरे नाल कितना प्यार कर दिया। सब तो पहला अपना चेहरा मरियम नूं दिखाया। एक बार तालियां बजाइए जोरदार।
ਨਾਲ ਇੱਕ ਮਜ਼ਬੂਤ ਰਿਸ਼ਤਾ ਬਣਾਈਏ, ਨਾ ਕਿ ਕਿਸੇ ਦੇ ਪ੍ਰਤੀ ਕੜਵਾਹਟ ਰੱਖੀਏ। ਤੁਸੀਂ 100 ਗੱਲਾਂ ਚੰਗੀਆਂ ਕਰ ਦੋਗੇ, ਇੱਕ ਗੱਲ ਗਲਤ ਕਰ ਦੋਗੇ, ਤੁਹਾਡੀ ਇੱਕ ਗੱਲ ਤੇ ਹਰੇਕ ਬੰਦਾ ਫੋਕਸ ਕਰੂਗਾ, ਪਰ ਜੇ ਤੁਸੀਂ ਤੁਹਾਡੀਆਂ 100 ਗੱਲਾਂ ਚੰਗੀਆਂ ਕੀਤੀਆਂ ਹੋਣਗੀਆਂ ਉਹ ਖਤਮ ਕਰ ਦੇਵੇਗਾ। ਜਦੋਂ ਤੁਸੀਂ ਕਿਸੇ ਦੇ ਪ੍ਰਤੀ ਕੜਵਾਹਟ ਰੱਖੋਗੇ, ਜੋ ਤੁਸੀਂ ਬਾਈਬਲ ਪੜ੍ਹੋਗੇ ਨਾ, ਬਾਈਬਲ ਦੇ ਵਿੱਚ ਲਿਖਿਆ ਆਪਦੀ ਵੈਰੀ ਨੂੰ ਪਿਆਰ ਕਰ, ਤੁਹਾਨੂੰ ਬੰਦੇ ਦਾ ਚਿਹਰਾ ਆਪਣੇ ਅੱਖਾਂ ਮੂਹਰੇ ਆਈ ਜਾਵੇਗਾ ਵੀ ਅੱਜ ਮੈਂ ਬਾਈਬਲ ਪੜ੍ਹ ਰਿਹਾ, ਆਪਦੇ ਲਈ ਪੜ੍ਹ ਰਿਹਾ ਕਿ ਕਿਸੇ ਦੇ ਲਈ ਪੜ੍ਹ ਰਿਹਾ। ਮੈਂ ਵਚਨ ਤਾਂ ਪੜ੍ਹ ਰਿਹਾ, ਮੈਂ ਆਪਦੇ ਲਈ ਪੜ੍ਹ ਰਿਹਾ ਜਾਂ ਕਿਸੇ ਦੇ ਲਈ ਪੜ੍ਹ ਰਿਹਾ। ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਨੂੰ ਪਹਿਲਾ ਸਥਾਨ ਦੇਈਏ ਮੇਰੇ ਭੈਣ ਭਾਈ। ਸਮਾਂ ਬਹੁਤ ਛੇਤੀ ਦੇ ਨਾਲ ਲੰਘ ਰਿਹਾ ਹੈ, ਸਮਾਂ ਬਹੁਤ ਜਲਦੀ ਦੇ ਨਾਲ ਬੀਤ ਰਿਹਾ ਹੈ, ਬਹੁਤ ਜਲਦੀ ਦੇ ਨਾਲ ਸਮਾਂ ਕੀ ਆ ਲੰਘ ਰਿਹਾ ਹੈ। ਯਿਸੂ ਬਹੁਤ ਜਲਦ ਸਾਨੂੰ ਲੈਣ ਦੇ ਲਈ ਆਉਣ ਵਾਲੇ ਨੇ। ਪਰਮੇਸ਼ਰ ਦੇ ਵਚਨ ਨੂੰ ਲੱਭਣਾ ਸਿੱਖੀਏ, ਪਰਮੇਸ਼ਰ ਦੇ ਵਚਨ ਦੇ ਨਾਲ ਪਿਆਰ ਕਰਨਾ ਸਿੱਖੀਏ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ, ਅੱਜ ਯੂਥ ਲੋਕ ਨੇ ਬਹੁਤ ਇੰਨੇ ਪਾਪ ਦੇ ਵਿੱਚ ਨੇ, ਕੋਈ ਉੱਤੀ ਲੰਘ ਗਿਆ, ਉਹਨਾਂ ਦੇ ਦਿਲ ਦੇ ਵਿੱਚ ਪਾਪ ਕੀ ਆ ਜਾਗ ਜਾਂਦਾ, ਕੋਈ ਗਲਤ ਖਿਆਲ ਦਿਮਾਗ ਦੇ ਵਿੱਚ ਆ ਗਿਆ, ਪਾਪ ਕੀ ਆ ਜਾਗ ਜਾਂਦਾ। ਅਲੱਗ-ਅਲੱਗ ਜਗ੍ਹਾ ਤੇ ਪਾਸ ਪੜਦਾਏ ਨੇ, ਪਰ ਇੱਕ ਅਜਿਹਾ ਪਰਸਨ ਹੁੰਦਾ ਜੋ ਯਿਸੂ ਮਸੀਹ ਦੇ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਦਾ। ਯਿਸੂ ਮਸੀਹ ਦੇ ਨਾਲ ਆਪਣਾ ਰਿਸ਼ਤਾ ਕੀ ਆ ਮਜ਼ਬੂਤ ਰੱਖਦਾ। ਜੇ ਤੁਹਾਡਾ ਰਿਸ਼ਤਾ ਤੁਹਾਡੇ ਪ੍ਰਭੂ ਦੇ ਨਾਲ ਮਜ਼ਬੂਤ ਆ ਤਾਂ ਸਭ ਤੋਂ ਪਹਿਲਾਂ ਪ੍ਰਭੂ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡਾ ਕੰਮ ਕਰੇਗਾ। ਹਾਲੇਲੂਇਆ। ਮੈਂ ਤੁਹਾਨੂੰ ਨਹੀਂ ਬਚਾ ਸਕਦਾ, ਮੈਂ ਤੁਹਾਨੂੰ ਵੱਡੀ ਚੀਜ਼, ਕੋਈ ਵੱਡਾ ਚਮਤਕਾਰ ਕੁਝ ਵੀ ਨਹੀਂ ਦੇ ਸਕਦਾ। ਕੌਣ ਦੇ ਸਕਦਾ? ਯਿਸੂ ਮਸੀਹ। ਕਿਉਂਕਿ ਇਕੱਠਾ ਕਰਦਾ ਸਮਾਂ, ਇਕੱਠਾ ਕਰਨ ਦਾ ਸਮਾਂ। ਬੋਲੀਏ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕਿੰਨੇ ਭੈਣ ਭਾਈ ਨੂੰ ਕੁਝ ਸਿੱਖਣ ਦੇ ਲਈ ਮਿਲਿਆ, ਪ੍ਰਚਾਰ ਦੇ ਵਿੱਚੋਂ ਵਚਨ ਦੇ ਵਿੱਚੋਂ ਕੁਝ ਸਿੱਖਣ ਦੇ ਲਈ ਮਿਲਿਆ। ਮੈਂ ਸੋਚਦਾ ਕਿ ਜੇ ਕੋਈ ਭੈਣ ਭਾਈ ਅੱਜ ਨਹੀਂ ਆਇਆ, ਮਤਲਬ ਕੁਝ ਮਿਸ ਕਰ ਗਿਆ ਹੋਵੇਗਾ, ਕਿਉਂਕਿ ਜੋ ਪਰਮੇਸ਼ਰ ਦਾ ਵਚਨ ਇੱਕ ਵਾਰ ਰਹਿ ਜਾਵੇ ਨਾ, ਉਹਦੀ ਪੂਰਤੀ ਕਦੇ ਵੀ ਨਹੀਂ ਹੋ ਸਕਦੀ। ਮੈਂ ਕਦੇ ਵੀ ਸੰਡੇ ਮਿਸ ਨਹੀਂ ਕਰਦਾ। ਮੈਂ ਕੰਮ ਕਰਦਾ, ਮੈਨੂੰ ਸਵੇਰੇ ਫੋਨ ਆਇਆ 10 ਵਜੇ ਵੀ ਅੱਧੇ ਘੰਟੇ ਦਾ ਕੰਮ ਆ, ਵੀ ਅੱਧੇ ਘੰਟੇ ਦਾ ਕੰਮ ਕਰਕੇ ਚਲੇ ਜਾਈਂ। ਮੈਂ ਕਿਹਾ ਮੈਂ ਨਹੀਂ ਆ ਸਕਦਾ ਜੀ। ਅਗਰ ਅੱਧੇ ਘੰਟੇ ਦਾ ਕੰਮ 7 ਵਜੇ ਚਲੇ ਜਾਈਂ, ਮੈਂ ਕਿਹਾ ਮੈਂ ਨਹੀਂ ਆ ਸਕਦਾ। ਚਰਚ ਦੇ ਵਿੱਚ ਤਿਆਰੀ ਕਰਨੀ ਆ, ਲੋਕ ਗਾਉਣਗੇ, ਲੋਕ ਵਚਨ ਸੁਣਨਗੇ, ਉਹਨਾਂ ਦੀ ਤਿਆਰੀ ਕਰਨੀ, ਸਾਊਂਡ ਗਾਉਣਾ, ਹੋਰ ਕੰਮ ਕਰਨਾ, ਨਹੀਂ ਕਰ ਸਕਦਾ। ਇਹਦਾ ਕਿਉਂ ਹੋਇਆ? ਪ੍ਰਭੂ ਦੇ ਨਾਲ ਰਿਸ਼ਤਾ ਸੀ। ਜੇ ਮੇਰਾ ਪ੍ਰਭੂ ਦੇ ਨਾਲ ਰਿਸ਼ਤਾ ਨਾ ਹੁੰਦਾ, ਮੈਂ ਕੰਮ ਤੇ ਚਲੇ ਜਾਂਦਾ, ਬੰਦੇ ਥੋੜਾ ਲੇਟ ਸ਼ੁਰੂ ਕਰ ਦਿੰਦਾ, ਕੋਈ ਗੱਲ ਨਹੀਂ। ਪਰ ਨਹੀਂ ਮੇਰੇ ਭੈਣ ਭਾਈ, ਪ੍ਰਭੂ ਤੁਹਾਨੂੰ ਪਿਆਰ ਕਰਦੇ ਨੇ। ਜੇ ਪ੍ਰਭੂ ਤੁਹਾਨੂੰ ਪਿਆਰ ਕਰਦੇ ਨੇ, ਤੁਸੀਂ ਵੀ ਪ੍ਰਭੂ ਨੂੰ ਪਿਆਰ ਕਰੋ। ਜੇ ਪ੍ਰਭੂ ਤੁਹਾਨੂੰ ਪਿਆਰ ਕਰਦੇ ਨੇ, ਤੁਸੀਂ ਵੀ ਪ੍ਰਭੂ ਨੂੰ ਪਿਆਰ ਕਰੋ। ਕਿੰਨੇ ਭੈਣ ਭਾਈ ਜਾਣਦੇ ਨੇ ਪ੍ਰਭੂ ਸਾਨੂੰ ਪਿਆਰ ਕਰਦੇ ਨੇ? ਕਿੰਨੇ ਭੈਣ ਭਾਈ ਜਾਣਦੇ ਨੇ ਪ੍ਰਭੂ ਸਾਨੂੰ ਪਿਆਰ ਕਰਦੇ ਨੇ? ਹੁਣ ਉਹ ਭੈਣ ਭਾਈ ਆਪਣਾ ਖੜਾ ਕਰੀ ਜੋ ਪ੍ਰਭੂ ਨੂੰ ਪਿਆਰ ਕਰਦੇ ਨੇ। ਰਿਸ਼ਤਾ ਮਜ਼ਬੂਤ ਬਣਾਈਏ ਮੇਰੇ ਭੈਣੋ ਭਾਈਓ। ਰਿਸ਼ਤਾ ਜੇ ਯਿਸੂ ਮਸੀਹ ਦੇ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਨਾ, ਸਾਨੂੰ ਪਤਾ ਨਹੀਂ ਚੱਲੇਗਾ ਕਿ ਕਿਹੜੇ ਸਮੇਂ, ਕਿਹੜੇ ਹਾਲਾਤ ਦੇ ਵਿੱਚ ਯਿਸੂ ਮਸੀਹ ਸਾਡੇ ਨਾਲ ਖੜੇ ਨੇ। ਵੈਸੇ ਤਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਮੈਂ ਹਰ ਸਮੇਂ ਤੇਰੇ ਨਾਲ ਸੰਗਾ, ਪਰ ਪ੍ਰਭੂ ਫਿਰ ਵੀ ਇੱਕ ਅਜਿਹਾ ਸਮਾਂ ਆਉਂਦਾ ਸਾਡੀ ਜ਼ਿੰਦਗੀ ਦੇ ਵਿੱਚ, ਕਈ ਵਾਰ ਕੋਈ ਪਰੇਸ਼ਾਨੀ ਆਉਂਦੀ ਆ, ਉਸ ਸਮੇਂ ਯਿਸੂ ਮਸੀਹ ਸਾਡੇ ਨਾਲ ਖੜੇ ਹੁੰਦੇ ਨੇ। ਕਿਉਂ? ਕਿਉਂਕਿ ਸਾਡਾ ਰਿਸ਼ਤਾ ਪ੍ਰਭੂ ਦੇ ਨਾਲ ਮਜ਼ਬੂਤ ਆ। ਮੈਂ ਥੋੜਾ ਬੋਲ ਕੇ ਤੁਹਾਨੂੰ ਖਤਮ ਕਰਨਾ ਚਾਹਣਾ ਕਿ ਦੇਖੋ ਕਿਸ ਤਰ੍ਹਾਂ ਮਰੀਅਮ ਯਿਸੂ ਦੇ ਨਾਲ ਰਹਿ ਕੇ ਸੇਵਾ ਕਰਦੀ ਸੀ। ਉਹਦਾ ਭਾਈ ਮਰ ਗਿਆ, ਯਿਸੂ ਮਸੀਹ ਦੇ ਪੈਰਾਂ 'ਤੇ ਡਿੱਗੀ, ਕਹਿੰਦੀ ਪ੍ਰਭੂ, ਕੀ ਕਹਿੰਦੀ? ਪ੍ਰਭੂ ਜੇ ਤੂੰ ਇੱਥੇ ਹੁੰਦਾ, ਮੇਰਾ ਭਰਾ ਨਾ ਮਰਦਾ। ਯਿਸੂ ਮਸੀਹ ਨੇ ਉਹਨੂੰ ਹੋਰ ਕੁਝ ਨਹੀਂ ਕਿਹਾ। ਉਹਨੇ ਯਿਸੂ ਮਸੀਹ ਨੂੰ ਕੋਈ ਦੁੱਖ ਦੀ ਗੱਲ ਨਹੀਂ ਕੀਤੀ, ਸੁੱਖ ਦੀ ਗੱਲ ਨਹੀਂ। ਯਿਸੂ ਮਸੀਹ ਰੋਣ ਲੱਗ ਗਿਆ। ਯਿਸੂ ਮਸੀਹ ਦੇ ਨਾਲ ਰਹੀ। ਯਿਸੂ ਮਸੀਹ ਦੇ ਬਹੁਤ ਮਹਿੰਗਾ 150 ਰੁਪਏ ਨੂੰ ਲਾ ਲਓ, ਘੱਟੋ ਘੱਟ 40-50,000 ਰੁਪਏ ਦਾ ਹੋਊਗਾ ਉਸ ਸਮੇਂ। 150 ਰੁਪਏ 40-50,000, 50,000 ਰੁਪਏ ਦਾ ਆਖਰ, 50,000 ਰੁਪਏ ਸੈਂਟ ਯਿਸੂ ਮਸੀਹ ਦੇ ਪੈਰਾਂ ਦੇ ਡੋਲਤਾ, ਆਪਣੇ ਬਾਲਾਂ ਦੇ ਨਾਲ ਪੂੰਝਣ ਲੱਗ ਗਈ। ਕਿਹੋ ਜਿਹਾ ਰਿਸ਼ਤਾ ਸੀ? ਯਿਸੂ ਮਸੀਹ ਨੂੰ ਸਲੀਬ ਤੇ ਚੜਾਤਾ। ਯਿਸੂ ਮਸੀਹ ਦੇ ਸਾਹਮਣੇ ਖੜੀ ਦੇਖ ਰਹੀ ਹੈ ਯਿਸੂ ਮਸੀਹ ਨੂੰ,
प्रभु तू मेरे पापां दे लिए मर गया, प्रभु तू मेरे पापां दे लिए मर गया सलीब के उत्ते। यीशु जी नूं कबर दे विच रखिया गया, बाहर कबर दे बैठी रो रही आ, प्रार्थना कर रही है, रो रही आ, कबर दे बाहर बैठी आ। ਆਪਾਂ ਜੇ ਕੋਈ ਇਨਸਾਨ ਚਲੇ ਜਾਵੇ ਦੁਨੀਆ ਦੇ ਵਿੱਚੋਂ, ਕੋਈ ਇਦਾਂ ਤਾਂ ਨਹੀਂ ਕਰਦਾ ਕਿ ਉਹਨੂੰ ਕਬਰ ਦੇ ਵਿੱਚ ਰੱਖ ਕੇ ਉੱਥੇ ਬੈਠਾ ਰਹਿੰਦਾਗਾ, ਕਬਰ ਦੇ ਵਿੱਚ ਰੱਖ ਕੇ ਉੱਥੇ ਬੈਠਾ ਰਹਿੰਦਾ ਨਹੀਂ ਬੈਠਾ ਰਹਿੰਦਾ ਮੇਰੇ ਭੈਣ ਭਾਈਓ। ਜਦੋਂ ਯਿਸੂ ਮਸੀਹ ਜ਼ਿੰਦਾ ਹੋਏ ਸਭ ਤੋਂ ਪਹਿਲਾਂ ਮਰੀਮ ਨੂੰ ਦਿਖਾਇਆ, ਕਿੱਥੇ ਆਪਣੇ ਪਿਤਾ ਪਰਮੇਸ਼ਰ ਨੂੰ ਦਿਖਾਉਣਾ ਸੀ। ਹਾਲੇਲੂਇਆ 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 ਹਾਲੇਲੂਇਆ। परमेश्वर के शुभ समाचार का परमेश्वर का शुभ समाचार किया कि मैं छेती तुहानू लैण दे लिए आउण वाला। देखो मैं जा रहा तुहाडे लिए जगह तैयार करदे लई, मैं छेती तुहानू आके लैके जावांगा। अपने पापां तो ओहदा मन फिराओ, अपने पापां तो ओहदा मन फिराओ, अपने गलत कामां तो ओहदा मन फिराओ, अपनियां गलतियां तो ओहदा मन फिराओ, प्रभु ने एक जिंदगी जोड़ो। बहुत भैन भाई मैं गवाही सुनता, बहुत जवान लड़के लड़कियां की गवाही सुनता कि किस तरह प्रभु ने जिंदगी च काम किया। नशे करते सी, गलत काम करते सी, गलत वीडियोस देखते सी, गीत सुनते सी, फिल्मां देखते सी, सब कुछ किया, बंद कर दिता। किहदे नाल रिश्ता जोड़िया? प्रभु दे नाल। जो प्रभु दे नाल रिश्ता जुड़ जाता, कोई भी बंधन तुहाडे सामने ठहर नहीं सकता, कोई भी बंधन तुहाडे सामने ठहर नहीं सकता, क्योंकि रिश्ता प्रभु दे नाल मजबूत था। रिश्ता उस परमेश्वर दे नाल मजबूत था जिसने इस धरती नूं बनाया, उस प्रभु दे नाल मजबूत था जिसने सानू बनाया। मतलब तुहानू यही दसना चाहना, अपना रिश्ता प्रभु के नाल मजबूत रखिए। जिस तरह उस भैन ने अपना रिश्ता प्रभु के नाल मजबूत रखा, प्रभु ने पूरी जिंदगी दे विच बड़ा काम किया। अच्छा पूरी दुनिया दे विच जाना लैंदा, सब तो पहला यीशु मसीह ने किसने देखिया? क्योंकि रिश्ता प्रभु के नाल किसी मजबूत है। मैं सबको आखिर दे विच हमेशा दसदा हुंदा, हमेशा जदों मैं बोलदा मैं हमेशा दसदा कि जदों तुसीं परमेश्वर को अपनी जिंदगी से पहले स्थान पे रखोगे, परमेश्वर भी तुहानू पहले स्थान पे रखणगे, परमेश्वर भी तुहानू पहले स्थान पे रखणगे। आइए सारे भैन भाई अपनी जगह पे खड़े हो जाइए, सारे भैन भाई। थैंक यू लॉर्ड, हालेलुया। इस अर्थ अपने हथों में उठाइए, अपनी अखां बंद करिए, अपने शांत मन के नाल आत्मा के नाल भर के एक भजन गावांगे। परमेश्वर की हजूरी साडे विच है। यीशु मसीह तेरे जैसा है कोई नहीं, तेरे चरणों में झुके आसमान और महिमा गाए जमीन। यीशु मसीह तेरे जैसा है कोई नहीं, तेरे चरणों में झुके आसमान और महिमा गाए जमीन। हम गाए सना तो पूरा जाऊंगा है राजा, तेरी महिमा होवे सदा। तू है प्रभु हमारा खुदा, प्यारे पिता तूने हमसे इतना प्यार किया। अपने हाथों को ऊपर उठाकर कहेंगे हालेलुया। हमें पापों से छुड़ाने को अपने बेटे को कुर्बान किया। प्यारे पिता तूने हमसे इतना प्यार किया, हमें पापों से
तू है प्रभु हमारा खुदा। हम गाए हो सना, तू राजाओं का है राजा, तेरी महिमा होवे सदा। तू है प्रभु हमारा पिता। हम गाए हो सना, तू राजाओं का है राजा, तेरी महिमा होवे सदा। तू है प्रभु हमारा पिता। यीशु मसीह तेरे जैसा है कोई नहीं, तेरे चरणों में झुके आसमां और महिमा गाए ज़मीन। यीशु मसीह तेरे जैसा है कोई नहीं, तेरे चरणों में झुके आसमां और महिमा गाए ज़मीन। हम गाए हो सना, तू राजाओं का है राजा, तेरी महिमा होवे सदा। तू है प्रभु हमारा पिता। हम गाए हो सना, तू राजाओं का है राजा, तेरी महिमा होवे सदा। तू है प्रभु हमारा पिता। हम गाए हो सना, तू राजाओं का है राजा, तेरी महिमा होवे सदा। तू है प्रभु हमारा पिता। हम गाए हो सना, तू राजाओं का है राजा, तेरी महिमा होवे सदा। तू है प्रभु हमारा पिता। हम गाए हो सना, तू राजाओं का है राजा, तेरी महिमा होवे सदा। तू है प्रभु हमारा पिता। यीशु मसीह तेरे जैसा है कोई नहीं, तेरे चरणों में झुके आसमां और महिमा गाए ज़मीन। हम गाए हो सना, तू राजाओं का है राजा, तेरी महिमा होवे सदा। तू है प्रभु हमारा पिता। हम गाए हो सदा, तू राजाओं का है राजा, तेरी महिमा होवे सदा। तू है प्रभु हमारा पिता। प्यारे पिता, तूने हमसे इतना प्यार किया,